go. ऑलराइट सो ਅੱਜ ਦਾ ਜਿਹੜਾ ਟੌਪਿਕ ਹੈ ਬੜਾ ਇੰਟਰਸਟਿੰਗ ਟੌਪਿਕ ਹੈ। ਮੈਂ ਸਾਰਾ ਕੈਪਸ਼ਨ ਵਗੈਰਾ ਪਾ ਦਿੱਤੀ ਹੈ ਕਿ ਨੋ ਲੰਚਸ ਆਰ ਫ੍ਰੀ ਇਨ ਦਿਸ ਵਰਲਡ। ਥੋੜੀ ਜੀ ਯੂਕੇ ਬਾਰੇ ਗੱਲ ਕਰਾਂਗੇ, ਥੋੜੀ ਜੀ ਕੈਨੇਡਾ ਬਾਰੇ ਗੱਲ ਕਰਾਂਗੇ ਤੇ ਥੋੜੀ ਜੀ ਯੂਐਸਏ ਬਾਰੇ ਗੱਲ ਕਰਾਂਗੇ। ਅੰਮ੍ਰਿਤਸਰ ਤੋਂ ਜਿਹੜਾ ਦਿੱਲੀ ਨੂੰ ਜਾ ਰਿਹਾ ਸੀਗਾ ਐਂਡ ਉਮੀਦ ਸੀਗਾ ਕਿ ਵੀ ਮੈਂ 5:30 ਤੱਕ ਦਿੱਲੀ ਪਹੁੰਚ ਜਾਵਾਂਗਾ, ਬਟ ट्रैफिक करके नहीं पहुंच पाया। इस करके रस्ते 'ਚ एक जगह ਤੇ ਇੱਕ ਢਾਬੇ ਦੇ ਖੜੇ ਹੋ ਕਰਕੇ ਬੈਠ ਕਰਕੇ ਉੱਥੇ ਤੁਹਾਡੇ ਨਾਲ 6 ਵਜੇ ਦਾ ਜਿਹੜਾ ਵਾਅਦਾ ਕੀਤਾ ਹੋਇਆ ਸੀਗਾ ਕਿ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਰਸਤੇ 'ਚ ਰੁਕ ਕਰਕੇ ਲਾਈਵ ਕਰ ਰਿਹਾ। ਸੋ ਆਪਾਂ ਟੌਪਿਕ ਦੇ ਉੱਤੇ ਆ ਜਾਂਦੇ ਆ। ਟੌਪਿਕ ਦੇ ਉੱਤੇ ਗੱਲ ਕਰਦੇ ਆ। ਆਪਣੀ ਗੱਲਬਾਤ ਸ਼ੁਰੂ ਹੋਈ ਹੈ ਨੋ ਲੰਚਸ ਆਰ ਫ੍ਰੀ ਇਨ ਦਿਸ ਵਰਲਡ। ਉਸ ਚੀਜ਼ ਦਾ ਕੀ ਮਤਲਬ ਹੈਗਾ? ਉਸ ਚੀਜ਼ ਦਾ ਮਤਲਬ ਹੈ ਕੈਨੇਡਾ ਦੇ ਨਾਲ ਇਹਨੂੰ ਮੈਂ ਰਿਲੇਟ ਕਰਾਂਗਾ, ਈਵਨ ਯੂਕੇ ਦੇ ਨਾਲ ਵੀ ਕਰਾਂਗਾ ਐਂਡ ਸਟੈਪ ਬਾਏ ਸਟੈਪ ਸਾਰੀ ਇਨਫੋਰਮੇਸ਼ਨ ਦਿੰਦੇ ਆ। ਧਿਆਨ ਨਾਲ ਸੁਣਨਾ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ। ਯੂਕੇ ਦਾ ਜਿੱਦਾਂ ਕਿ ਮੈਂ ਬ੍ਰੈਕਟ ਦੇ ਵਿੱਚ ਲਿਖਿਆ ਸਟੱਡੀ ਇਨ ਦੀ ਯੂਕੇ, ਨਾਲ ਦੇ ਨਾਲ ਜਿਹੜਾ ਵਾ ਕਿ ਮੈਂ ਅੱਗੇ ਲਿਖਿਆ ਹੈ ਇੰਟਰਵਿਊਜ਼, ਏਅਰਪੋਰਟ ਆਫਲੋਡਿੰਗ ਐਂਡ ਸਿਮਿਲਰ ਐਪਲੀਕੇਸ਼ਨ। ਤਿੰਨ ਚੀਜ਼ਾਂ ਲਿਖੀਆਂ। ਇੰਟਰਵਿਊਜ਼ ਜਿਹੜਾ ਇਸ ਵੇਲੇ ਕ੍ਰੈਡੀਬਿਲਿਟੀ ਇੰਟਰਵਿਊ ਜਿਹੜੀ ਹੈ ਯੂਨੀਵਰਸਿਟੀ ਪਹਿਲੇ ਸਟੈਪ ਦੇ ਉੱਤੇ ਲੈ ਰਹੀ ਹੈ ਤੇ ਦੂਸਰੇ ਸਟੈਪ ਦੇ ਉੱਤੇ ਐਮਬੈਸੀ ਲੈ ਰਹੀ ਹੈ। ਇੱਕ ਚੀਜ਼ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਯੂਕੇ ਵੀਆਈ ਵੱਲੋਂ, ਯੂਕੇ ਵੀਜ਼ਾਸ ਐਂਡ ਇਮੀਗ੍ਰੇਸ਼ਨ ਵੱਲੋਂ ਸਾਰੀਆਂ ਯੂਨੀਵਰਸਿਟੀਜ਼ ਨੂੰ ਇੱਕ ਚਿੱਠੀ ਇਸ਼ੂ ਕੀਤੀ ਗਈ ਹੈ ਕਿ ਤੁਹਾਡਾ ਜਿਹੜਾ ਸਕਸੈਸ ਰੇਟ ਹੈ 90% ਹੋਣਾ ਚਾਹੀਦਾ ਹੈ। ਮਤਲਬ ਜੇ ਤੁਸੀਂ 100 ਕੈਸ਼ ਇਸ਼ੂ ਕੀਤਾ ਹੈ ਤੇ 100 ਕੈਸ਼ ਤੋਂ 90 ਤੁਹਾਡੇ ਵੀਜ਼ੇ ਲੱਗਣੇ ਚਾਹੀਦੇ ਆ। ਐਂਡ ਜੇਕਰ ਤੁਹਾਡੇ 90 ਵੀਜ਼ੇ ਨਹੀਂ ਲੱਗਦੇ ਤੇ ਤੁਹਾਡੇ 90 ਤੋਂ ਘੱਟ ਵੀਜ਼ੇ ਲੱਗਦੇ ਆ ਤੇ ਉਹ ਤੁਹਾਡਾ ਲਾਇਸੈਂਸ ਤੱਕ ਜਿਹੜਾ ਹੈ ਉਹ ਕੈਂਸਲ ਕਰ ਦੇਣਗੇ। ਯਾਨੀ ਕਿ ਟੀਅਰ 4 ਦਾ ਜਿਹੜਾ ਲਾਇਸੈਂਸ ਹੈ ਉਹਨਾਂ ਦਾ ਕੈਂਸਲ ਹੋ ਸਕਦਾ ਹੈ। ਸੋ ਇਸ ਕਰਕੇ ਜਿਹੜਾ ਵਾ ਹਰ ਯੂਨੀਵਰਸਿਟੀ ਨੇ ਕ੍ਰੈਡੀਬਿਲਿਟੀ ਇੰਟਰਵਿਊ ਲੈਣੀ ਚਾਲੂ ਕਰ ਦਿੱਤੀ ਹੈ। ਸੋ ਅੱਜ ਕਾਫੀ ਏਜੰਟਸ ਦੇ ਇਹ ਵੀ ਕੇਸਿਸ ਸਾਹਮਣੇ ਆ ਗਏ ਕਿ ਬੱਚੇ ਦੀ ਇੰਟਰਵਿਊ ਜਿਹੜੀ ਹੈ ਉਹ ਏਜੰਟ ਦੀ ਕਾਉਂਸਲਰ ਨੇ ਦਿੱਤੀ ਤੇ ਜਦੋਂ ਅੰਬੈਸੀ ਹੈ, ਅੰਬੈਸੀ ਨੇ ਸਕਾਈਪ ਵਾਸਤੇ ਬੁਲਾ ਲਿਆ ਤੇ ਉਹ ਦੋਵਾਂ ਦੀ ਵੌਇਸ ਵੀ ਮੈਚ ਨਹੀਂ ਕੀਤੀ। ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਜ਼ਿਆਦਾ ਉਹ ਐਕਸਟ੍ਰੀਮ ਤੱਕ ਜਾ ਕਰਕੇ ਚੈਕਿੰਗ ਕਰ ਰਹੇ ਹੈ। ਦੂਸਰਾ, ਇੱਕ ਬੱਚਾ ਅਰਮੇਨੀਆ ਦੇ ਵਿੱਚ ਪੜ੍ਹਨ ਲਈ ਗਿਆ ਸੀਗਾ। ਮੇਰੇ ਕੋਲ ਰਿਫਿਊਜ਼ਲ ਲੈਟਰ ਹੈ, ਲੈਟ ਮੀ ਓਪਨ ਇਟ। ਬੱਚਾ ਅਰਮੇਨੀਆ ਦੇ ਵਿੱਚ ਪੜ੍ਹਨ ਲਈ ਗਿਆ 1 ਸਾਲ ਦੇ ਵਿੱਚ। 1 ਸੈਕਿੰਡ ਦਿਓ ਬਸ ਮੈਨੂੰ। ਹਾਂਜੀ ਓਕੇ, ਬੱਚਾ ਜਿਹੜਾ ਵੈ ਉਹ ਲਿਖਦਾ ਯੂ ਸਟੇਟਡ ਦੈਟ ਯੂ ਵੈਂਟ ਟੂ ਅਰਮੇਨੀਆ ਇਨ ਦ ਈਅਰ ਆਫ 16 ਸਪਟੈਂਬਰ 2005 ਨੂੰ ਗਿਆ ਤੇ 7 ਨਵੰਬਰ 2013 ਨੂੰ ਵਾਪਸ ਆ ਗਿਆ। ਸੋ 8 ਸਾਲ। ਹੁਣ ਬੱਚਾ ਜਾ ਸਕਦਾ, ਕੋਈ ਵੀ ਜਾ ਸਕਦਾ ਯਾਰ, ਕਿਤੇ ਵੀ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਉਹ ਕਹਿੰਦੇ ਕਿ ਵੀ ਤੇਰੀ ਐਪਲੀਕੇਸ਼ਨ ਜਿਹੜੀ, ਜਦੋਂ ਤੂੰ ਵੀਜ਼ਾ ਐਪਲੀਕੇਸ਼ਨ ਫਾਰਮ ਭਰਿਆ ਤੇ ਤੈਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੇਰੇ ਨਾਲ ਯੂਕੇ ਕੋਈ ਟਰੈਵਲ ਕਰੇਗਾ? ਤੂੰ ਕਿਹਾ ਨਹੀਂ। ਤੇਰੀ ਇੰਟਰਵਿਊ ਲਿੱਤੀ, ਤੈਨੂੰ ਇੰਟਰਵਿਊ ਦੇ ਉੱਤੇ ਪੁੱਛਿਆ ਕਿ ਤੂੰ ਕਿਸੇ ਹੋਰ ਬੰਦੇ ਨੂੰ ਜਾਣਦਾ ਜਿਹਨੇ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਤੇ ਤੇਰੇ ਨਾਲ ਅਰਮੇਨੀਆ ਦੇ ਵਿੱਚ ਸੀਗਾ? ਕਹਿੰਦਾ ਜੀ ਨਹੀਂ। ਕਹਿੰਦਾ ਤੂੰ ਕਿਸੇ ਬੰਦੇ ਨੂੰ ਜਾਣਦਾ ਜਿਹਨੇ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਹੋਵੇ ਐਂਡ ਉਹ ਤੇਰੇ ਨਾਲ ਹੀ ਮੈਡੀਕਲ ਕਰਾਇਆ ਹੋਵੇ? ਕਹਿੰਦਾ ਨਹੀਂ ਜੀ, ਮੈਂ ਇਦਾਂ ਦੇ ਕਿਸੇ ਬੰਦੇ ਨੂੰ ਨਹੀਂ ਜਾਣਦਾ। ਕਹਿੰਦੇ ਵੈਰੀ ਗੁੱਡ। ਰਿਫਿਊਜ਼ਲ ਦੇਤੀ, 10 ਸਾਲ ਦਾ ਬੈਨ ਲਗਾਤਾ। ਐਂਡ ਬੈਨ ਦੇ ਵਿੱਚ ਪਤਾ ਕੀ ਲਿਖਿਆ ਨਾਲ, ਰੀਜ਼ਨ ਕੀ ਦਿੱਤਾ ਉਹਦਾ? ਕਹਿੰਦੇ ਤੁਸੀਂ ਡਾਕਟਰ ਮਨੂਦ ਸੈਨ ਕੋਲੋਂ ਆਪਣਾ ਜਿਹੜਾ ਵਾ ਮੈਡੀਕਲ ਕਰਾਇਆ, ਟੀਵੀ ਟੈਸਟ ਕਰਾਇਆ 2 ਸਪਟੈਂਬਰ ਨੂੰ, ਸੌਰੀ ਐਟ ਸਾਧੂ ਵਸਾਮੀ ਮੈਡੀਕਲ ਸੈਂਟਰ ਤੋਂ, ਤੇ ਸੇਮ ਡੇਟ ਨੂੰ ਇੱਕ ਹੋਰ ਸਟੂਡੈਂਟ ਨੇ ਵੀ ਮੈਡੀਕਲ ਕਰਾਇਆ। ਉਹ ਵੀ ਸਟੂਡੈਂਟ ਦੀ ਟਰੈਵਲ ਹਿਸਟਰੀ ਹੈ ਕਿ ਉਹ ਵੀ ਸਟੂਡੈਂਟ 2005 ਦੇ ਵਿੱਚ ਅਰਮੇਨੀਆ ਗਿਆ ਸੀ ਤੇ ਨਵੰਬਰ 2013 ਚ ਆਇਆ। ਤੂੰ ਵੀ 2005 ਦੇ ਵਿੱਚ ਅਰਮੇਨੀਆ ਗਿਆ ਸੀ ਤੇ 2013 ਦੇ ਵਿੱਚ ਵਾਪਸ ਆਇਆ। ਤੇਰੀ ਜਿਹੜੀ ਐਪਲੀਕੇਸ਼ਨ ਹੈ ਉੱਥੇ ਮਤਲਬ ਅਰਮੇਨੀਆ ਤੋਂ ਤੇਰੀ ਐਪਲੀਕੇਸ਼ਨ ਜਰਮਨੀ, ਕੈਨੇਡਾ, ਲਿਥੁਆਨੀਆ ਵਾਸਤੇ ਰਿਜੈਕਟ ਹੋਈ ਹੈ। ਉਹ ਬੰਦੇ ਦੀ ਵੀ ਐਪਲੀਕੇਸ਼ਨ ਜਿਹੜੀ ਹੈ ਉਹ ਜਰਮਨੀ, ਕੈਨੇਡਾ ਤੇ ਲਿਥੁਆਨੀਆ ਵਾਸਤੇ ਰਿਜੈਕਟ ਹੋਈ ਹੈ। ਤੇ ਤੁਹਾਡੇ ਦੋਵਾਂ ਦੀ ਯੂਨੀਵਰਸਿਟੀ ਵੀ ਸੇਮ ਹੈ, ਕੋਰਸ ਵੀ ਸੇਮ ਹੈ। ਤੁਹਾਨੂੰ ਦੋਵਾਂ ਨੂੰ ਅਸੀਂ ਪੁੱਛਿਆ ਕਿ ਵੀ ਤੁਹਾਡਾ ਏਜੰਟ ਕੌਣ ਹੈ? ਤੁਸੀਂ ਕਿਹਾ ਜੀ ਅਸੀਂ ਆਪਣੇ ਆਪ ਫਾਰਮ ਭਰਿਆ। ਤੇ ਤੁਹਾਡੇ ਦੋਵਾਂ ਦੇ ਫਾਰਮ ਸੇਮ ਹੈ, ਤੁਹਾਡੇ ਦੋਵਾਂ ਦੀ ਐਸਓਪੀ ਵੀ ਆਲਮੋਸਟ ਸੇਮ ਹੈ। ਸੋ ਇਹ ਸਿਮਿਲੈਰਿਟੀ ਸਾਨੂੰ ਇਸ ਡਾਊਟ ਦੇ ਉੱਤੇ ਆ ਕੇ ਖੜਾ ਕਰਦੀਆਂ ਕਿ ਤੁਸੀਂ ਸਾਡੇ ਨਾਲ ਝੂਠ ਬੋਲਿਆ। ਮਤਲਬ ਇਹ ਸਮਝ ਹੀ ਨਹੀਂ ਆਈ। ਐਜ਼ ਅ ਕੰਸਲਟੈਂਟ ਗੱਲ ਕਰ ਲਾਂ, ਐਜ਼ ਅ ਸਟੂਡੈਂਟ ਗੱਲ ਕਰ ਲਾਂ, ਯਾਰ ਮੇਰੇ ਵਰਗੀ ਐਪਲੀਕੇਸ਼ਨ 10 ਬੰਦੇ ਹੋਰ ਕੀਤੇ, ਜਾਂ ਮੇਰੇ ਦੋਸਤ ਨੇ ਜੇਕਰ ਐਪਲੀਕੇਸ਼ਨ ਕੀਤੀ ਵੀ ਹੈ, ਮੇਰਾ ਫਾਰਮ ਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਤੂੰ ਕਿਸੇ ਬੰਦੇ ਨੂੰ ਜਾਣਦਾ ਜਿਹੜਾ ਤੇਰੇ ਨਾਲ ਟਰੈਵਲ ਕਰ ਰਿਹਾ? ਹੋ ਸਕਦਾ ਉਹ ਮੇਰੇ ਨਾਲ ਨਾ ਟਰੈਵਲ ਕਰਦਾ ਹੋਵੇ। ਹਾਲ ਦੀ ਘੜੀ ਉਹਨੂੰ ਰਿਫਿਊਜ਼ ਕਰਤੀ ਐਪਲੀਕੇਸ਼ਨ, ਬਟ ਉਹ ਦਿੱਲੀ ਦਾ ਸਟੂਡੈਂਟ ਹੈ,
ਸਾਡੇ ਕੋਲ ਰਿਫਿਊਜ਼ਲ ਲੈਟਰ ਆਏਗੀ ਜੀ ਤੁਸੀਂ ਸਾਡਾ ਕੇਸ ਲੜੋਗੇ। ਤਾਂ ਪੁਆਇੰਟ ਇਸ ਕੇਸ ਦਾ ਜੇਕਰ ਕੋਈ ਬੰਦਾ ਸਮਝਦਾਰ ਹੈ, ਪੜ੍ਹਿਆ ਲਿਖਿਆ, ਬਹੁਤ ਵਧੀਆ ਅਪੀਲ ਹੋ ਸਕਦੀ ਹੈ, ਰਿਵਿਊ ਹੋ ਸਕਦਾ, ਲੜਾਈ ਕੀਤੀ ਜਾ ਸਕਦੀ ਹੈ, ਕਿਉਂਕਿ ਲਾਅ ਪੁਆਇੰਟ ਦੇ ਉੱਤੇ ਜਿੱਤਿਆ ਜਾ ਸਕਦਾ ਹੈ। ਉਹ ਬਾਅਦ ਦੀਆਂ ਗੱਲਾਂ ਕਿ ਵੀ ਕੋਰਟ ਦੇ ਵਿੱਚ ਜਾ ਕੇ ਕਿੱਦਾਂ ਕੇਸ ਜਿੱਤਿਆ ਜਾਂਦਾ ਹੈ, ਸੋ ਉਹ ਬਾਅਦ ਦੀ ਗੱਲ ਹੈ। ਬਟ ਰਾਈਟ ਨਾਓ ਤੇ ਐਪਲੀਕੇਸ਼ਨ ਰਿਜੈਕਟ ਕਰਤੀ। ਸਵਾਦ ਤੇ ਇਹ ਹੁੰਦਾ ਵਾ ਕਿ ਅੱਜ ਐਪਲੀਕੇਸ਼ਨ ਪਾਈ ਹੈ ਤੇ ਐਪਲੀਕੇਸ਼ਨ ਦਾ ਵੀਜ਼ਾ ਲੱਗ ਗਿਆ ਜੀ। ਸੋ ਪਹਿਲਾ ਪੁਆਇੰਟ ਸੀ ਇੰਟਰਵਿਊ, ਦੂਜਾ ਪੁਆਇੰਟ ਮੈਂ ਕਿਹਾ ਸਿਮਿਲੈਰਿਟੀ ਇਨ ਦਾ ਐਪਲੀਕੇਸ਼ਨ, ਤੀਸਰਾ ਪੁਆਇੰਟ ਸੁਣਿਓ ਫਿਰ ਇਹਨੂੰ ਕਨਕਲੂਡ ਕਰਦੇ ਆ। ਤੀਸਰਾ ਪੁਆਇੰਟ ਉਹ ਸਾਡਾ ਸਟੂਡੈਂਟ ਸੀਗਾ ਅੰਮ੍ਰਿਤਸਰ 에ਅਰਪੋਰਟ ਤੇ, ਪਰਸੋਂ ਦੀ ਗੱਲ ਹੈ, 14-15 ਬੱਚੇ ਟਰੈਵਲ ਕਰ ਰਹੇ, ਉਹ 'ਚੋਂ ਇੱਕ ਸਟੂਡੈਂਟ ਸਾਡਾ ਸੀਗਾ। ਉਹਨੂੰ ਇੱਕ ਬੰਦਾ ਆਇਆ, ਉਹਨੂੰ ਆ ਕੇ ਕਹਿੰਦਾ ਕਿ ਵੀ ਜਿੰਨੇ ਬੱਚੇ ਸਟੂਡੈਂਟ ਵੀਜ਼ੇ ਤੇ ਜਾ ਰਹੇ ਆ ਵਿਦ ਆਇਲਸ ਕਿੰਨੇ ਆ, ਕਹਿੰਦੇ ਜੀ ਅਸੀਂ ਆ। ਉਹ ਕਹਿੰਦੇ ਸਾਈਡ ਤੇ ਹੋ ਜਾਓ। ਵਿਦਆਊਟ ਆਇਲਸ ਕਿੰਨੇ ਆ, ਕਹਿੰਦੇ ਜੀ ਅਸੀਂ ਆ। ਉਹਨਾਂ ਦੇ ਸਾਈਡ ਤੇ ਆ ਜਾਓ। ਹੁਣ ਉਹ ਵਿਚਾਰਾ ਇੱਕ ਬੰਦਾ ਅੰਮ੍ਰਿਤਸਰ 에ਅਰਪੋਰਟ ਤੋਂ ਟਰੈਵਲ ਕਰ ਰਿਹਾ ਹੈ, ਉਹ ਵਿਦਆਊਟ ਆਇਲਸ ਸੀ, ਕੁਐਸਚਨ ਆਨਸਰ ਕੁਝ ਨਹੀਂ ਪੁੱਛਿਆ, ਆਫਲੋਡ ਕਰਤਾ, ਕੁਛ ਨਹੀਂ ਕੀਤਾ, ਆਫਲੋਡ ਕਰਤਾ। ਹੁਣ ਪਤਾ ਨਹੀਂ ਉਹ ਬੱਚਾ ਦੁਬਾਰਾ ਟਰੈਵਲ ਕਰ ਪਾਏਗਾ ਕਿ ਨਹੀਂ ਕਰ ਪਾਏਗਾ। ਸਾਨੂੰ ਇਹ ਦੱਸਿਆ ਗਿਆ ਆ ਕੇ ਐਜ਼ ਅ ਕੰਸਲਟੈਂਟ ਕਿ ਜੀ ਮੇਰੇ ਕੋਲ ਕੋਈ ਸਵਾਲ ਨਹੀਂ ਪੁੱਛਿਆ, ਵਿਚ ਇਜ਼ ਲਿਟਲ ਸਟ੍ਰੇਂਜ ਕਿ ਵੀ ਨਾ ਸਵਾਲ ਪੁੱਛਣ ਦਾ ਕੋਈ ਮਤਲਬ ਨਹੀਂ ਗਾ। ਇੱਕ ਹੋਰ ਕੇਸ ਦੱਸਦਾ, ਦੋ ਕੇਸ। ਇੱਕ ਏਜੰਟ ਨੇ ਵੀਜ਼ਾ ਅਪਲਾਈ ਕੀਤਾ ਕੁੜੀ ਦਾ, ਮੈਰਿਡ ਸੀਗੀ, ਉਹਨੂੰ ਕਿਹਾ ਜੀ ਮੈਰਿਡ ਆ, ਮੇਰਾ ਹਸਬੈਂਡ ਨਾਲ ਨਹੀਂ ਜਾ ਰਿਹਾ, ਨਾ ਉਹਨੇ ਜਾਣਾ। ਐਸਓਪੀ 'ਚ ਏਡਾ ਵੱਡਾ ਡਰਾਮਾ ਜਿਹਾ ਕਰਕੇ ਭੇਜਿਆ ਕਿ ਮੇਰੇ ਘਰ ਵਾਲੇ ਨੇ ਨਹੀਂ ਜਾਣਾ ਜੀ, ਔਰ ਇੱਥੇ ਕਾਰੋਬਾਰ ਬੜਾ ਵਧੀਆ, ਇੱਦਾਂ ਹੈ ਉੱਦਾਂ ਹੈ, ਢੀਂਗਾ ਫਲਾਣਾ ਹੈ। ਕੁੜੀ ਯੂਕੇ ਪਹੁੰਚ ਗਈ, BRP ਕਾਰਡ ਵੀ ਮਿਲ ਗਿਆ, ਪੜ੍ਹਾਈ ਕਰਨੀ ਸ਼ੁਰੂ ਕਰਤੀ। ਨਾਲ ਦੇ ਨਾਲ ਇੱਥੋਂ ਏਜੰਟ ਨੇ ਸਪਾਊਸ ਦਾ ਵੀਜ਼ਾ ਅਪਲਾਈ ਕੀਤਾ ਤੇ ਸਪਾਊਸ ਦਾ ਵੀਜ਼ਾ ਬੈਨ ਲਗਾਤਾ ਤੇ ਕੁੜੀ ਦਾ ਵੀਜ਼ਾ ਰਿਵੋਕ ਕਰਤਾ, ਇਹ ਕਹਿ ਕੇ ਕਿ ਜਦੋਂ ਤੂੰ ਆਪਣੀ ਮੇਨ ਐਪਲੀਕੈਂਟ ਨੇ ਸਾਡੇ ਕੋਲੋਂ ਵੀਜ਼ਾ ਲਿੱਤਾ ਸੀ, ਉਹਨੇ ਕਿਹਾ ਸੀ ਕਿ ਮੇਰਾ ਘਰ ਵਾਲਾ ਮੇਰੇ ਨਾਲ ਆਏਗਾ ਹੀ ਨਹੀਂ। ਸੋ ਏਜੰਟ ਨੇ ਲਿਖ ਕੇ ਦੇਤਾ, ਹੱਥ ਵੱਢ ਕੇ ਦੇਤਾ ਕਿ ਮੇਰੇ ਘਰ ਵਾਲੇ ਨੇ ਆਣਾ ਹੀ ਨਹੀਂ। ਉਹ ਕਹਿੰਦੇ ਅੱਜ ਕਿੰਨਾ ਤੁਹਾਡੇ ਹਾਲਾਤ ਬਦਲ ਗਏ। ਠੀਕ ਹੈ, ਅਪੀਲ ਦੇ ਵਿੱਚ, ਰਿਵਿਊ ਦੇ ਵਿੱਚ ਇਸ ਕੇਸ ਨੂੰ ਵੀ ਲੜ ਕੇ ਜਿੱਤਿਆ ਜਾ ਸਕਦਾ ਹੈ। ਉਹ ਤੁਹਾਡੀ ਨੌਲੇਜ, ਤੁਹਾਡਾ ਦਿਮਾਗ ਹੈ। ਬਟ ਹਾਲ ਦੀ ਘੜੀ ਦੀ ਐਪਲੀਕੇਸ਼ਨ ਰਿਜੈਕਟ ਹੋ ਗਈ। ਇੱਕ ਹੋਰ ਕਹਿ ਲਓ ਕਿ ਚੌਧਰੀ ਸਾਹਿਬ ਹੈਗੇ ਜੀ, ਇੱਕ ਅੰਮ੍ਰਿਤਸਰ ਤੋਂ ਹੀ, ਉਹਨਾਂ ਨੇ ਕੀ ਕੀਤਾ, ਕੁੜੀ ਦਾ ਵੀਜ਼ਾ ਲਿੱਤਾ, ਮੈਰਿਡ ਸੀ, ਇਹ ਕਿਹਾ ਕਿ ਮੇਰੇ ਨਾਲ ਕੋਈ ਨਹੀਂ ਜਾ ਰਿਹਾ। ਹਜੇ ਕੁੜੀ ਟਰੈਵਲ ਨਹੀਂ ਕੀਤੀ, ਨਾਲ ਦੇ ਨਾਲ ਸਪਾਊਸ ਦੀ ਐਪਲੀਕੇਸ਼ਨ ਪਾਤੀ, ਉਹ ਮੇਨ ਐਪਲੀਕੈਂਟ ਦਾ ਵੀ ਵੀਜ਼ਾ ਕੈਂਸਲ। ਹੁਣ ਉਹਦੀ ਲੜਾਈ ਵੀ ਨਹੀਂ ਕੀਤੀ ਜਾ ਸਕਦੀ, ਉਹਦੀ ਅਪੀਲ ਵੀ ਨਹੀਂ ਕੀਤੀ ਜਾਣੀ। ਕਿਉਂ ਨਹੀਂ ਉਹਦੀ ਅਪੀਲ ਕੀਤੀ ਜਾਣੀ? ਕਿਉਂਕਿ ਉਹਦੇ 'ਚ ਲਿਖਿਆ ਕਿ ਆਰ ਯੂ ਟਰੈਵਲਿੰਗ ਅਲੋਨ ਵਿਦ ਸਮਵਨ, ਆਰ ਯੂ ਟਰੈਵਲਿੰਗ ਅਲੋਨ ਔਰ ਵਿਦ ਸਮਵਨ। ਉਹਨੇ ਕਿਹਾ ਜੀ ਅਲੋਨ ਨਾ, ਹੁਣ ਘਰ ਵਾਲਾ ਨਾਲ ਕਿੱਦਾਂ ਜਾ ਸਕਦਾ? ਸੋ ਦੈਟ ਮੀਨਸ ਤੁਸੀਂ ਪਹਿਲੇ ਮਿਸਲੀਡਿੰਗ ਇਨਫੋਰਮੇਸ਼ਨ ਦਿੱਤੀ। ਸੋ ਨਿਚੋੜ ਇਹ ਸਾਰੀਆਂ ਚੀਜ਼ਾਂ ਦਾ। ਓਕੇ, ਇੱਕ ਹੋਰ ਕੇਸ ਹੋਗਾ, ਦਿੱਲੀ 에ਅਰਪੋਰਟ ਤੇ ਕੁੜੀ ਨੂੰ ਆਫਲੋਡ ਕੀਤਾ, ਉਹਨੂੰ ਪੁੱਛਿਆ, ਮਤਲਬ ਉੱਥੇ ਸਟੂਡੈਂਟ ਵੀ ਚੌਧਰੀ ਬੰਦੇ ਨਾ ਕਿਸੇ ਵੇਲੇ, ਸਟੂਡੈਂਟ ਨੂੰ ਪੁੱਛਿਆ ਕਿ ਭਾਈ ਤੂੰ ਆਨਲਾਈਨ ਰਜਿਸਟ੍ਰੇਸ਼ਨ ਕਰਾ ਲਈ ਹੈ ਐਂਡ ਆਨਲਾਈਨ ਕੋਰਸ ਚਾਲੂ ਕੀਤਾ ਆਪਣਾ। ਅੱਗੋਂ ਸੋਚੋ ਸਟੂਡੈਂਟ ਨੇ ਕੀ ਜਵਾਬ ਦਿੱਤਾ। ਅੱਗੋਂ ਸਟੂਡੈਂਟ ਕਹਿੰਦੀ ਕਿ ਜੇ ਆਨਲਾਈਨ ਪੜ੍ਹਨਾ ਹੁੰਦਾ ਤਾਂ ਫਿਰ ਅਸੀਂ ਯੂਕੇ ਕੀ ਕਰਨ ਜਾਣਾ ਸੀ, ਯੂਕੇ ਚੱਲੇ ਹੀ ਇਸ ਕਰਕੇ। ਉਹ ਕਹਿੰਦਾ ਅੱਛਾ ਸਾਈਡ ਤੇ ਆਓ, ਕਹਿੰਦਾ ਸਵੇਰੇ ਐਮਬੈਸੀ ਜਾਣਾ। ਚਲੋ ਕਿਸੇ ਤਰੀਕੇ ਦੇ ਨਾਲ ਜੀ ਕੁੜੀ ਦੁਬਾਰਾ ਅਗਲੇ ਦਿਨ ਟਿਕਟ ਟੁਕਟ ਕਰਾ ਕੇ ਦੂਜੀ 에ਅਰਲਾਈਨ ਤੋਂ ਯੂਕੇ ਪਹੁੰਚ ਗਈ। BRP ਕਾਰਡ ਲੈਣ ਦੀ ਵਾਰੀ ਆਈ, BRP ਕਾਰਡ ਲੈਣ ਗਈ ਤੇ ਉਹਨੂੰ ਚਿੱਠੀ ਅੱਜ ਫੜਾਤੀ ਅਗਲਿਆਂ ਨੇ ਕਿ ਤੇਰਾ ਵੀਜ਼ਾ ਤੇ ਹਾਲਾਤ ਚੇਂਜ ਹੋਏ, ਰਿਵੋਕ ਕਰਤਾ। ਹੁਣ ਇਸ ਵੇਲੇ ਕੁੜੀ ਉੱਥੇ ਰਵੇ ਕਿ ਵਾਪਸ ਆਵੇ, ਇਹ ਵੀ ਇੱਕ ਕੁਐਸਚਨ ਹੈ। ਸਾਰੀਆਂ ਚੀਜ਼ਾਂ ਦਾ ਨਿਚੋੜ ਹੱਥ ਬਨ ਕੇ ਸਾਰਿਆਂ ਅੱਗੇ ਇੱਕ ਬੇਨਤੀ ਹੈ, ਹੱਥ ਬਨ ਕੇ ਬੇਨਤੀ ਹੈ ਸਾਰਿਆਂ ਅੱਗੇ ਕਿ ਯੂਕੇ ਦਾ, ਯੂਕੇ ਨਹੀਂ ਹਰ ਕੰਟਰੀ ਦਾ ਵੀਜ਼ਾ ਇਲੈਕਟ੍ਰੋਨਿਕ ਹੈ, ਹਰ ਚੀਜ਼। ਸਿਰਫ ਇੱਕ ਸਵਿਚ ਦਬਣਾ ਤੇ ਇੱਕ ਈਮੇਲ ਲਿਖਣੀ ਹੈ, ਇੱਕ ਸਵਿਚ ਦਬਣਾ, ਇੱਕ ਈਮੇਲ ਆਣੀ ਹੈ ਐਂਡ ਯੋਰ ਵੀਜ਼ਾ ਇਜ਼ ਡਨ। ਕੋਈ ਵੀ ਚਤਰਾਈਆਂ, ਕੋਈ ਵੀ ਆਪਣੇ ਦਿਮਾਗ ਬਿਲਕੁਲ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਇੱਕ ਸਮਾਂ ਹੁੰਦਾ ਸੀ ਹਰ ਚੀਜ਼ ਦਾ ਜੁਗਾੜ ਲੱਗ ਜਾਂਦਾ ਸੀ। ਪਲੀਜ਼ ਅੰਡਰਸਟੈਂਡ, ਚਾਹੇ ਮੈਂ ਵਾਂ, ਚਾਹੇ ਕੋਈ ਹੋਰ ਹੈ, ਕੰਸਲਟੈਂਟ ਹੈ, ਬਿਜ਼ਨਸ ਹੈ, ਵਪਾਰ ਹੈ, ਤੁਸੀਂ ਜਦੋਂ ਉੱਥੇ ਪਹੁੰਚਦੇ ਹੋ, ਚਾਹੇ ਉੱਥੇ ਉਹ ਵਕੀਲ ਹੈ, ਚਾਹੇ ਉੱਥੇ ਉਹ ਕੰਸਲਟੈਂਟ ਹੈ, ਚਾਹੇ ਉਹ ਉੱਥੇ ਏਜੰਟ ਹੈ, ਉਹਨਾਂ ਦਾ ਵੀ ਵਪਾਰ ਹੈ। ਪਲੀਜ਼ ਅੰਡਰਸਟੈਂਡ ਵਨ ਥਿੰਗ, ਅਸੀਂ ਇੱਥੇ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਸਟੂਡੈਂਟ ਇੱਥੋਂ ਯੂਕੇ ਜਾਂਦਾ ਸੀ, ਕੋਈ ਦਾ ਤੂੰ ਇੱਥੋਂ ਨਿਕਲ, ਉੱਥੇ ਜਾ ਕਰਕੇ ਫਲਾਣੇ ਵਕੀਲ ਨੂੰ ਮਿਲਣਾ, ਤੇਰਾ ਕੰਮ ਹੋ ਜਾਣਾ। ਇੱਕ ਜ਼ਮਾਨਾ ਸੀ ਜਦੋਂ ਕਿਹਾ ਜਾਂਦਾ ਤੂੰ ਉੱਥੇ ਪਹੁੰਚ ਜਾ, ਬਾਕੀ ਕੰਮ ਆਪਣੇ ਆਪ ਸਾਂਭ ਲਾਂਗੇ। ਇੱਕ ਜ਼ਮਾਨਾ ਸੀ ਜਦੋਂ ਕਿਹਾ ਜਾਂਦਾ ਮੈਨੂੰ ਪਹੁੰਚਾ ਦਿਓ, ਬਾਕੀ ਸਾਂਭ ਲਾਂਗੇ। ਯੂਕੇ ਦੀ ਗੱਲ ਕਰਦਾ, 7 ਸਾਲ ਬ੍ਰੇਕ ਲਾ ਕਰਕੇ ਉਹਨਾਂ ਨੇ ਆਪਣੇ ਸਾਰੇ ਸਿਸਟਮ ਨੂੰ ਸੈੱਟ ਕਰਕੇ ਦੁਬਾਰਾ ਅੱਜ ਸਿਸਟਮ ਚਾਲੂ ਕੀਤਾ। ਜਦੋਂ ਦੁਬਾਰਾ ਸਿਸਟਮ ਚਾਲੂ ਕੀਤਾ, ਪਲੀਜ਼ ਅੰਡਰਸਟੈਂਡ ਵਨ ਥਿੰਗ, ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ। ਤੁਹਾਡੇ ਕੋਲ ਕੋਈ ਗ੍ਰੇ ਏਰੀਆ ਨਹੀਂ। ਸੋ ਇੱਥੋਂ ਜਿਹੜਾ ਕੋਰਸ ਲੈ ਕੇ ਚੱਲਿਓ ਜਾਂ ਜੋ ਐਪਲੀਕੇਸ਼ਨ ਫਾਰਮ 'ਚ ਲਿਖਿਆ ਹੈ,
ਰੱਬ ਦਾ ਵਾਸਤਾ ਉਹਨੂੰ ਜਦ ਤੱਕ ਕੋਰਸ ਕੰਪਲੀਟ ਨਹੀਂ ਹੁੰਦਾ ਚੇਂਜ ਕਰਨ ਦੀ ਸੋਚੋ ਵੀ ਨਾ। ਜਿਹੜੇ ਏਜੰਟ ਕੈਨੇਡਾ ਵਾਲੇ ਹੈਗੇ ਆ ਕਿ ਕੈਨੇਡਾ ਦੇ ਬੁਲਬੁਲੇ ਦੇ ਵਿੱਚ ਪੈਦਾ ਹੋਏ ਨੇ ਐਂਡ ਅੱਜ ਕੈਨੇਡਾ 'ਚ ਉਹਨਾਂ ਦੇ ਬੱਚੇ ਨਹੀਂ ਜਾ ਪਾ ਰਹੇ, ਜਿਸ ਕਰਕੇ ਪੈਸੇ ਕਮਾਉਣ ਵਾਸਤੇ ਉਹ ਯੂਕੇ ਦਾ ਧੰਦਾ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਉਹਨਾਂ ਨੂੰ ਵੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ, ਕਿਰਪਾ ਕਰਕੇ ਪਾਲਿਸੀ ਗਾਈਡਲਾਈਨ ਸਾਰੀ ਪੜ੍ਹ ਲਓ, ਉਹਦੇ ਬਾਅਦ 'ਚੋਂ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਐਕਸਪੈਰੀਮੈਂਟ ਕਰਿਓ। ਦ ਰੀਜ਼ਨ ਇਜ਼ ਅੱਜ ਪਾਲਿਸੀ ਸਾਫ਼-ਸਾਫ਼ ਚੀਜ਼ਾਂ ਕਹਿ ਰਹੀ ਹੈ। ਅੱਜ ਇੱਕ ਫਾਈਨੈਂਸਰ ਏਜੰਟ ਜਿਹੜਾ ਹੈਗਾ ਵਾ ਫਾਈਨੈਂਸਰ ਕੋਲੋਂ FD OD ਤੇ ਕੰਮ ਕਰਾ ਰਿਹਾ ਹੈ, FD ਕਰਾ ਕੇ ਉਹਦੇ 'ਤੇ ਲਿਮਿਟ ਲੈ ਲੈਂਦਾ ਭਾਜੀ। ਅੱਜ ਉਹਨਾਂ ਕੋਲ ਰਾਈਟ ਆ ਗਏ ਹੈ, 10-10 ਸਾਲ ਦਾ ਬੈਨ ਲੱਗ ਰਿਹਾ ਵਾ। ਦੂਸਰਾ, ਤੁਹਾਡਾ ਬੱਚਾ ਉੱਥੇ ਪਹੁੰਚਿਆ ਨਹੀਂ, ਫਾਈਨੈਂਸਰ ਨੇ ਪੈਸੇ ਕਢਾ ਲਏ ਜਾਂ ਤੁਸੀਂ ਪੈਸੇ ਕਢਾ ਲਏ ਆਪਣੇ, ਤਦ ਵੀ ਬੈਨ ਲੱਗ ਰਿਹਾ। ਜਦ ਤੱਕ BRP ਕਾਰਡ, ਜਦ ਤੱਕ ਕੋਰਸ ਚਾਲੂ ਨਹੀਂ ਹੁੰਦਾ, ਜੋ ਇਨਫੋਰਮੇਸ਼ਨ ਦਿੱਤੀ ਹੈ ਉਹਨੂੰ ਚੇਂਜ ਨਹੀਂ ਕਰ ਸਕਦੇ, ਕੋਰਸ ਚੇਂਜ ਨਹੀਂ ਕਰ ਸਕਦੇ। ਕਾਲਜ ਯੂਨੀਵਰਸਿਟੀ ਦਾ ਕੈਸ਼ ਕੈਂਸਲ ਹੋ ਗਿਆ, 30 ਪੁਆਇੰਟ ਗਏ, ਤੁਹਾਡੇ ਫੰਡ ਤੁਹਾਡੇ ਖਾਤੇ ਚੋਂ ਨਿਕਲੇ 10 ਪੁਆਇੰਟ ਗਏ। ਪਲੀਜ਼ ਅੰਡਰਸਟੈਂਡ, ਤੁਹਾਡਾ ਅੱਜ ਵੀਜ਼ਾ ਜਿਹੜਾ ਲੱਗ ਰਿਹਾ ਵਾ ਉਹ 40 ਪੁਆਇੰਟ ਵਾਲੇ ਸਿਸਟਮ ਤੇ ਨਹੀਂ ਲੱਗ ਰਿਹਾ, 70 ਪੁਆਇੰਟ ਵਾਲੇ ਸਿਸਟਮ ਦੇ ਉੱਤੇ ਲੱਗ ਰਿਹਾ ਹੈ, ਜਿਹਦੇ ਚੋਂ 50 ਪੁਆਇੰਟ ਤੁਹਾਡੇ ਕੈਸ਼ ਦੇ ਹੈ, 10 ਪੁਆਇੰਟ ਇੰਗਲਿਸ਼ ਦੇ ਹੈ, 10 ਪੁਆਇੰਟ ਤੁਹਾਡੇ ਫੰਡਸ ਦੇ ਹੈ। ਜੇਕਰ ਅੱਜ ਉਸ ਬੱਚੇ ਨੂੰ 에ਅਰਪੋਰਟ ਤੋਂ ਆਫਲੋਡ ਕੀਤਾ ਗਿਆ ਕਿ 10 ਪੁਆਇੰਟ ਕਿੱਦਾਂ ਮਿਲਿਆ ਇੰਗਲਿਸ਼ ਦੇ, ਉਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ 70 ਪੁਆਇੰਟਾਂ ਦੇ ਨਾਲ ਵੀਜ਼ਾ ਮਿਲਿਆ। ਅੱਜ ਵੀ ਏਜੰਟ 40 ਪੁਆਇੰਟਾਂ 'ਚ ਜੀ ਰਿਹਾ, ਜਦ ਕਿ ਪਾਲਿਸੀ ਚੇਂਜ ਹੋ ਗਈ, 40 ਪੁਆਇੰਟ ਤੋਂ 70 ਦੇ ਉੱਤੇ ਆ ਚੁੱਕਿਆ। ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੀ ਜ਼ਰੂਰ ਹੈ ਕਿ UK ਦਾ ਜੇਕਰ ਪੜ੍ਹਾਈ ਕਰਨ ਦਾ ਤੁਹਾਡਾ ਸੁਪਨਾ ਹੈ, ਤੁਸੀਂ ਜਾ ਕਰਕੇ UK ਪੜ੍ਹਾਈ ਕਰਨਾ ਚਾਹੁੰਦੇ ਹੋ, ਅੱਜ ਵੀ ਵੀਜ਼ੇ ਲੱਗ ਰਹੇ। ਕੱਲ ਇੱਕ ਵੀਜ਼ਾ ਤੇ ਪਰਸੋਂ 3 ਵੀਜ਼ਾ ਆਏ। ਰੋਜ਼ ਦੇ ਰੋਜ਼ ਵੀਜ਼ਾ ਦੀ ਰੇਸ਼ੋ ਚੱਲੀ ਜਾ ਰਹੀ ਹੈ। ਮਤਲਬ ਜੇਕਰ ਮੈਂ ਅਕਤੂਬਰ ਦੀ ਗੱਲ ਕਰ ਲਾਂ ਤਾਂ ਅਕਤੂਬਰ ਤਕਰੀਬਨ 98 ਵੀਜ਼ਾ ਜਿਹੜੇ ਆ ESS ਗਲੋਬਲ ਦੇ ਆਏ ਐਂਡ ਨਵੰਬਰ ਦੀ ਗੱਲ ਕਰ ਲਾਂ ਤਾਂ ਹੁਣ ਤੱਕ ਮੇਰਾ ਖਿਆਲ ਹੈ 22-23 ਦੇ ਉੱਤੇ ਖੜੇ ਗਿਆ। ਸੋ ਇਸ ਮਹੀਨੇ ਵੀ 100 ਪਲੱਸ ਜਾਵਾਂਗੇ। ਦ ਪੁਆਇੰਟ ਇਜ਼ ਕਿ ਤੁਹਾਨੂੰ ਸਾਰਿਆਂ ਨੂੰ ਇੱਕੋ ਚੀਜ਼ ਹੈ ਕਿ ਦੈਟ ਜਦੋਂ ਤੁਸੀਂ UK ਦਾ ਵੀਜ਼ਾ ਅਪਲਾਈ ਕਰ ਰਹੇ ਹੋ, ਰੱਬ ਦਾ ਵਾਸਤਾ ਘਰਾਂ 'ਚ ਖੁੱਲੀਆਂ ਦੁਕਾਨਾਂ ਜਾਂ ਜਿਹੜੇ ਬੰਦਿਆਂ ਨੂੰ UK ਬਾਰੇ ਡਿਟੇਲ ਨੌਲੇਜ ਨਹੀਂ ਹੈ ਉਹਨਾਂ ਕੋਲ ਨਾ ਜਾਓ। 90 ਦਿਨ ਦਾ ਘੱਟੋ ਘੱਟ ਪ੍ਰੋਸੈਸ ਹੈ, 120 ਦਿਨ ਤੱਕ ਵੀ ਜਾ ਸਕਦਾ ਹੈ। ਐਂਡ UK ਜਾਣਾ ਸਸਤਾ ਅਫੇਅਰ ਨਹੀਂ ਹੈ, ਮਹਿੰਗਾ ਅਫੇਅਰ ਹੈ ਕੰਪੈਰੀਟਿਵਲੀ ਟੂ ਕੈਨੇਡਾ, ਬਹੁਤ ਮਹਿੰਗਾ ਅਫੇਅਰ ਹੈ। ਠੀਕ ਹੈ, ਸੋ ਬੜਾ ਸੋਚ ਸਮਝ ਕੇ ਆਪਣਾ ਕਦਮ ਚੱਕੋ। ਵਿਆਹੇ ਹੋ, ਬੈਚਲਰ ਡਿਗਰੀ ਕੀਤੀ ਹੈ, ਸਪਾਊਸ ਦੇ ਨਾਲ ਅਪਲਾਈ ਕਰੋ। 12ਵੀਂ ਪਾਸ ਹੈ, ਜੇਕਰ ਅੱਜ ਮੈਂ ਉਹ ਵੀ ਸਟੂਡੈਂਟ ਨੂੰ ਦੇਖਿਆ 12ਵੀਂ ਪਾਸ ਹੈ ਤੇ ਉਹ ਜੀ ਵੀਜ਼ਾ ਲਵਾ ਕਰਕੇ ਕੁੜੀ ਉੱਥੇ ਪਹੁੰਚੀ ਹੋਈ ਤੇ ਮੁੰਡਾ ਦਾ ਭਾਜੀ ਮੇਰਾ ਸਪਾਊਸ ਵੀਜ਼ਾ ਅਪਲਾਈ ਕਰ ਦਿਓ ਪੁਰਾਣਾ, ਤੇ ਮੇਰਾ ਏਜੰਟ ਹੱਥ ਨਹੀਂ ਪਾਉਂਦਾ ਪਿਆ, ਉਹ ਕਹਿੰਦਾ ਟੂਰਿਸਟ ਵੀਜ਼ੇ ਬੰਦ ਹੈ। ਪਹਿਲੇ ਮੈਨੂੰ ਕਹਿੰਦਾ ਸਪਾਊਸ ਹੈਗਾ, ਹੁਣ ਮੈਨੂੰ ਦੱਸੋ ਮੇਰਾ ਸਪਾਊਸ ਵੀਜ਼ਾ ਲਾਣਾ, ਪੈਸੇ ਬੋਲੋ ਕਿੰਨੇ ਸਪਾਊਸ ਵੀਜ਼ਾ ਚਾਹੀਦਾ। ਮੈਂ ਕਿਹਾ ਪਾਪਾ ਜੀ ਮੈਂ ਪਾਲਿਸੀ ਨਹੀਂ ਚੇਂਜ ਕਰ ਸਕਦਾ ਕਿਉਂਕਿ ਮੈਂ ਉੱਥੇ ਹੋਮ ਮਿਨਿਸਟਰੀ ਨਹੀਂ ਸੰਭਾਲੀ ਹੈ। 12ਵੀਂ ਪਾਸ ਹੈ, ਬੈਚਲਰ ਡਿਗਰੀ ਵਾਈਪ ਕਰ ਰਹੀ ਹੈ, 3 ਸਾਲ ਬਾਅਦ ਗੱਲ ਕਰਨਾ, ਟੂਰਿਸਟ ਵੀਜ਼ਾ ਲਵਾਉਣਾ ਅਗਲੇ ਸਾਲ ਲਾਣਾ। ਦ ਪੁਆਇੰਟ ਇਜ਼ ਹਰ ਤਰੀਕੇ ਦੇ ਨਾਲ ਝੂਠ ਬੋਲਿਆ ਜਾਂਦਾ, ਹਰ ਤਰੀਕੇ ਦੇ ਨਾਲ ਜਿਹੜਾ ਵਾ ਘੁਮਾਇਆ ਜਾਂਦਾ। ਉਸ ਜ਼ਮਾਨਾ ਹੀ ਯਾਰ ਕੁੜੀ ਭੇਜੋ ਮੁੰਡਾ ਆਪੇ ਚੱਲ ਜਾਏਗਾ, ਖਤਮ ਹੋ ਗਿਆ। ਸੋ ਜੈਨੂਇਨ ਮੈਰਿਜ ਹੈ ਤਦੇ ਜਾਓ। ਐਂਡ UK ਦਾ ਪਲ ਪਲ ਦੇ ਉੱਤੇ ਵੀਜ਼ਾਸ ਰਿਵੋਕ ਹੋ ਰਹੇ ਨੇ, ਪਲ ਪਲ ਤੇ ਇੰਟਰਵਿਊ ਆ ਰਹੀ ਹੈ। ਵੀਜ਼ਾ ਆਉਣ ਤੋਂ ਬਾਅਦ ਵੀ 에ਅਰਪੋਰਟ ਦੇ ਉੱਤੇ, ਇੰਡੀਅਨ 에ਅਰਪੋਰਟ ਦੇ ਉੱਤੇ ਬੋਰਡਿੰਗ ਵੇਲੇ ਵੀ ਕੁਐਸਚਨਿੰਗ ਹੋ ਰਹੀ ਹੈ। ਐਂਡ ਜਦੋਂ ਤੁਸੀਂ ਉੱਥੇ 에ਅਰਪੋਰਟ ਤੇ ਪਹੁੰਚਦੇ ਹੋ, ਹੀਥਰੋ 에ਅਰਪੋਰਟ ਪਹੁੰਚਦੇ ਹੋ, ਉੱਥੇ ਵੀ ਕੁਐਸਚਨਿੰਗ ਹੋ ਰਹੀ ਹੈ। ਸੋ ਪਲੀਜ਼ ਮੇਕ ਸ਼ੋਰ ਤੁਹਾਡੀ ਫਾਈਲ 'ਚ ਕੀ ਲੱਗਾ, ਤੁਹਾਡੇ ਐਪਲੀਕੇਸ਼ਨ ਫਾਰਮ 'ਚ ਕੀ ਗਿਆ, ਤੁਹਾਡੇ ਕੈਸ਼ ਲੈਟਰ ਕੀ ਕਹਿੰਦਾ, ਤੁਹਾਡੇ ਫੰਡਸ ਕੀ ਕਹਿੰਦੇ ਆ, A to Z ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ। ਤੁਹਾਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ। ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆ ਰਹੀ, ਪਲੀਜ਼ UK ਦਾ ਵੀਜ਼ਾ ਅਪਲਾਈ ਨਾ ਕਰੋ ਕਿਉਂਕਿ ਉਹਨਾਂ ਨੇ ਮਿਸਯੂਜ਼ ਨਹੀਂ ਹੋਣ ਦੇਣਾ, ਮਿਸਯੂਜ਼ ਤੇ ਮਤਲਬ ਅਬਿਊਜ਼ ਨਹੀਂ ਹੋਣ ਦੇਣਾ, ਮਿਸਯੂਜ਼ ਨਹੀਂ ਹੋਣ ਦੇਣਾ। ਜੋ ਜਿੰਨਾ ਕੋ ਕਹਿ ਲਓ ਨਾ ਸਵਾਦ ਐਨ ਬੁੱਲੇ ਲੁੱਟਣੇ ਹੀ ਲੁੱਟ ਲਏ। ਅੱਜ ਦੀ ਡੇਟ ਦੇ ਵਿੱਚ ਦੁਕਾਨਾਂ ਬੰਦ ਹੋਣ ਦੀ ਤਾਦਾਦ ਦੇ ਉੱਤੇ ਲੋਕਾਂ ਦੀਆਂ ਪਹੁੰਚ ਗਈਆਂ ਨੇ ਕਿਉਂਕਿ ਐਪਲੀਕੇਸ਼ਨ ਸਾਰਿਆਂ ਦੀ ਇੰਟਰਵਿਊ ਜਿਹੜੀ ਹੈ ਇਸ ਵੇਲੇ ਬੁਲਾਈ ਜਾ ਰਹੀ ਹੈ। ਸੋ ਮੇਕ ਸ਼ੋਰ ਆਪਣੀ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਉਹ ਅੱਲੜ ਹੱਥਾਂ ਨਾ ਦੇ ਕਰਕੇ ਟੈਕਨੀਕਲ ਜਿਨ੍ਹਾਂ ਨੂੰ ਪਾਲਿਸੀ ਬਾਰੇ ਗਾਈਡਲਾਈਨਸ ਹੈ, ਜਾਣਕਾਰੀ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਦਿਓ। ਕੈਨੇਡਾ ਦੀ ਗੱਲ ਕਰ ਲੈਂਦੇ ਹਾਂ। ਕੈਨੇਡਾ ਦੀ ਦੂਜੀ DLI ਲਿਸਟ ਆ ਗਈ ਹੈ, ਅਪਡੇਟ ਕਰ ਦਿੱਤੀ ਗਈ ਹੈ। ਹਰ 14 ਦਿਨ ਬਾਅਦ ਉਹਨਾਂ ਨੇ ਅਪਡੇਟ ਕਰਨੀ ਸੀ, ਉਹਦੇ ਵਿੱਚ ਕਾਫੀ ਕਾਲਜਿਸ ਨਵੇਂ ਵੀ ਐਡ ਹੋ ਗਏ। ਸੋ ਜਿਹੜੇ ਸਟੂਡੈਂਟਸ ਦੁਬਾਰਾ ਆਪਣਾ ਜਿਹਨਾਂ ਦੇ DLI 'ਚ ਆ ਗਏ ਆ ਉਹਨਾਂ ਦੇ ਘਰਾਂ ਦੇ ਵਿੱਚ ਚਿੱਠੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਵਾ ਕਿ ਵੀ ਪਾਸਪੋਰਟ ਰਿਕਵੈਸਟ ਦੀਆਂ, ਜਿਹੜੀ ਕਿ ਜਿਨ੍ਹਾਂ ਦੇ AIP ਆਇਆ ਕਾਲਜ ਲਿਸਟ ਹੈ ਉਹਨਾਂ ਦੇ ਘਰੇ ਪਾਸਪੋਰਟ ਰਿਕਵੈਸਟ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ।
ਸੋ ਜਦੋਂ ਚਿੱਠੀ ਆ ਰਹੀ ਹੈ ਨਾਲ ਦੇ ਨਾਲ ਇੱਕ ਈਮੇਲ ਵੀ ਆ ਰਹੀ ਹੈ ਐਂਡ ਉਹ ਚਿੱਠੀ ਦੇ ਨਾਲ ਈਮੇਲ ਜ਼ਰੂਰੀ ਹੈ ਕਿਉਂਕਿ ਈਮੇਲ ਤੋਂ ਬਿਨਾ ਤੁਹਾਡੇ ਘਰ ਆ ਕੇ ਪਾਸਪੋਰਟ ਕੋਈ ਵੀ ਕਲੈਕਟ ਨਹੀਂ ਕਰ ਸਕਦਾ। ਸੋ ਮੇਕ ਸ਼ੋਰ ਤੁਹਾਡਾ AIP ਆ ਗਿਆ, DLI ਜਿਹਦੀ ਲਿਸਟ ਹੈਗੀ ਕਾਲਜਿਸ ਦੀ ਉਹ 'ਤੇ ਨਿਗਾਹ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਨੋ ਲੰਚਿਸ ਆਰ ਫ੍ਰੀ ਨੂੰ ਇਹਦੇ ਨਾਲ ਕਨੈਕਟ ਕਰਦਾ। ਅੱਜ ਅਸੀਂ ਵੀ ਪ੍ਰਮੋਟ ਕਰ ਰਹੇ ਹਾਂ ਜੀ ਮੌਂਟਰੀਅਲ ਜਾਓ, ਮੌਂਟਰੀਅਲ ਜਾਓ, ਮੌਂਟਰੀਅਲ ਜਾ ਕੇ ਪੜ੍ਹੋ। ਇੱਕ ਨਾ ਬੱਚਾ ਸਾਡੇ ਕੋਲ ਆਇਆ, ਮਤਲਬ 2 ਮਹੀਨੇ ਪੁਰਾਣੀ ਗੱਲ ਹੈ, ਕਹਿੰਦਾ ਜੀ ਮੈਨੂੰ ਤੇ ਕਾਲਜ ਚਾਹੀਦਾ ਵੈ ਚਲੋ ਮੈਂ ਨਾ ਹੀ ਲੈ ਲੈਣਾ ਜੀ, ਮੈਨੂੰ ਕਾਲਜ ਚਾਹੀਦਾ ਜੀ CDE ਕਾਲਜ। ਮੈਂ ਕਿਹਾ ਜੀ ਉਹ ਕੱਲਾ CDE ਕਾਲਜ ਕਿਉਂ ਲੈਣਾ ਜੀ? ਕਹਿੰਦਾ ਜੀ ਉਹ ਅਕਮੋਡੇਸ਼ਨ ਵੀ ਦੇ ਰਿਹਾ ਹੈ, ਉਹ 에ਅਰਪੋਰਟ ਟ੍ਰਾਂਸਫਰ ਵੀ ਦੇ ਰਿਹਾ, ਉਹ ਫਲਾਣੀ ਫੈਸਿਲਿਟੀ ਵੀ ਦੇ ਰਹੇ ਹੋ, ਬੱਸ ਪਾਸ ਵੀ ਦੇ ਰਹੇ ਹੋ, ਜਿਮ ਦਾ ਵੀ ਪਾਸ ਦੇ ਰਹੇ ਹੋ, ਇਹ ਕਰ ਰਹੇ ਉਹ ਕਰ ਰਹੇ। ਮੈਂ ਕਾਕਾ ਫੀਸ ਕਿੰਨੀ ਹੋ ਰਹੀ? ਕਹਿੰਦਾ ਜੀ ਉਹਦੀ ਫੀਸ ਹੈ ਜੀ $16,000 ਕੇ $18,000। ਤੇ ਮੈਂ ਕਿਹਾ ਜਿਹੜਾ ਕਾਲਜ ਮੈਂ ਤੈਨੂੰ ਦੇ ਰਿਹਾ ਉਹਦੀ ਫੀਸ ਹੈ $12,000। ਪ੍ਰੋਬਲਮ ਕਿੱਥੇ ਹੈ? ਉਹਦੇ 'ਚ ਫੈਸਿਲਿਟੀ ਨਹੀਂ ਹੈ, ਉਹ $4,000 ਤੇਰਾ ਹੀ ਹੈ ਕਿ ਜਿਹੜਾ ਘੁਮਾ ਕੇ ਦੇਣਾ, ਨਹੀਂ ਖਾਣੇ ਪਈ ਜੀ ਗੱਲ। ਫਾਈਨਲੀ ਕਿਸੇ ਹੋਰ ਕੋਲੋਂ ਵੀਜ਼ਾ ਲਵਾ ਕੇ ਬੰਦਾ ਜਿਹੜਾ ਅਪਲਾਈ ਕਰਕੇ ਬਹਿ ਗਿਆ, ਫੀਸ ਫੂਸ ਜਮ੍ਹਾਂ ਕਰਾਤੀ। ਅੱਜ ਐਕਸਪੋਜ਼ ਹੋਇਆ ਇੱਕ ਕਾਂਡ ਉੱਥੇ ਜੀ, ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ, ਮੈਂ ਸੇਵ ਕੀਤੀਆਂ ਹੋਈਆਂ ਕਿ ਇੱਕ ਬੱਚਾ ਜੀ CDE ਕਾਲਜ 'ਚ ਰਿਫੰਡ ਲੈਣ ਵਾਸਤੇ ਗਿਆ ਤੇ ਉੱਥੇ ਉਹਨੂੰ ਕਾਲਜ ਸ਼ੇਅਰ ਬੁੱਕ ਦੇ ਵਿੱਚ ਭੇਜਿਆ ਗਿਆ। ਸ਼ੇਅਰ ਬੁੱਕ ਦੱਸ ਦੇਣਾ ਚਾਹੁੰਦਾ ਇੱਕ ਇਦਾਂ ਦੀ ਜਗ੍ਹਾ ਹੈ ਕਿ ਜਿੱਥੇ ਇੰਗਲਿਸ਼ ਦਾ ਵੀ ਨਹੀਂ ਬੋਲਿਆ ਜਾਂਦਾ, ਸਿਰਫ ਫ੍ਰੈਂਚ ਬੋਲੀ ਜਾਂਦੀ ਹੈ। ਓਏ ਆਪਣਾ ਪੰਜਾਬੀ ਬੰਦਾ ਜਿਹੜਾ ਮੌਂਟਰੀਅਲ ਜਾ ਰਿਹਾ, ਓਵਰਆਲ 6 ਬੈਂਡ, ਇੱਕ 'ਚੋਂ 5.5, ਉਹ ਵਿਚਾਰਾ ਇੰਗਲਿਸ਼ ਨਹੀਂ ਚੱਜ ਨਾਲ ਬੋਲ ਪਾਉਂਦਾ, ਉਹ ਉੱਥੇ ਜਾ ਕੇ ਫ੍ਰੈਂਚ ਕਿੱਥੋਂ ਬੋਲੂਗਾ? ਉਹਨੂੰ ਕਹਿੰਦੇ ਜੇ ਤੂੰ ਰਿਫੰਡ ਲੈਣਾ $18,000 ਚੋਂ ਜਾਂ $16,000 ਚੋਂ, ਤੈਨੂੰ $5-7,000 ਜਿਹੜਾ ਹੈ ਉਹ ਵਾਪਸ ਦੇ ਦੇਣੇ ਹੈ। ਇਹ ਤੋਂ ਜ਼ਿਆਦਾ ਪੈਸੇ ਨਹੀਂ ਦੇਣੇ ਕਿਉਂਕਿ ਬਾਕੀ ਤੇਰੀ ਅਕਮੋਡੇਸ਼ਨ ਦੇ ਕੱਟੇ ਗਏ, ਤੇਰੇ ਬੱਸ ਪਾਸ ਦੇ ਕੱਟੇ ਗਏ, ਤੇਰੇ ਜਿਮ ਦੇ ਕੱਟੇ ਗਏ। ਉਹ ਕਹਿੰਦਾ ਅਕਮੋਡੇਸ਼ਨ ਤੇ ਮੈਂ ਲਿੱਤੀ ਨਹੀਂ, ਕਹਿੰਦਾ ਯਾਰ ਤੂੰ ਕੰਟਰੈਕਟ ਸਾਈਨ ਕੀਤਾ। ਉੱਥੇ ਜਿਹੜਾ ਏਜੰਟ ਹੈ, ਮਾਸਟਰ ਏਜੰਟ ਹੈ, ਉਹ ਆਪਣਾ ਢੇਡਿਆ ਕੱਢ ਕੇ ਅੱਗੇ ਬੱਚਿਆਂ ਦੇ ਨਾਲ ਗੱਲ ਕਰ ਰਿਹਾ। ਉਹ ਕਹਿੰਦਾ ਗੈਟ ਆਊਟ ਹੋ ਜਾ, ਮੇਰੇ ਦਫ਼ਤਰੋਂ ਬਾਹਰ ਹੋ ਜਾ ਕੇ ਪੁਲਿਸ ਨੂੰ ਕੰਪਲੇਂਟ ਕਰ ਤੇ ਜਾ ਕੇ ਕੋਰਟ ਦੇ ਵਿੱਚ ਜਾ ਜਾਂ ਵਕੀਲਾਂ ਕੋਲ ਜਾ। ਪਰ ਜਿਹੜਾ ਗਰੀਬ ਆਦਮੀ ਇੱਥੋਂ 10-12-15 ਲੱਖ ਰੁਪਇਆ ਲਾ ਕੇ ਗਿਆ, ਉੱਥੇ ਜਾ ਕੇ ਕਿੱਥੇ ਇੱਕ ਵਕੀਲਾਂ ਦੇ ਟੇਟੇ ਚੜੇਗਾ? ਬਟ ਉੱਥੇ ਇੱਕ ਏਜੰਟ, ਜੇ ਇੱਕ ਉੱਥੇ ਕੰਸਲਟੈਂਟ, ਕਈ ਰੱਬ ਦਾ ਰੂਪ ਵੀ ਹੈ, ਉਹਨਾਂ ਨੇ 15-20 ਨਿਆਣੇ ਇਕੱਠੇ ਕਰਕੇ ਇਹਦੀ ਕਾਲਜ ਕੋਰਟ ਦੇ ਵਿੱਚ ਰਿਟ ਪਾਈ। ਹੁਣ ਅੱਜ ਦੀ ਡੇਟ ਦੇ ਵਿੱਚ ਉਮੀਦ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਿਨਿਸਟਰੀ ਇਨਵੋਲਵ ਹੋ ਜਾਏਗੀ ਕਿ ਜਿਹਦੇ ਵਿੱਚ ਇੱਕ ਉੱਥੋਂ ਦੀ ਕੰਸਲਟੈਂਸੀ ਫਰਮ ਕਿ ਵੀ ਜਿਹਦੇ ਕੋਲ CDE ਕਾਲਜ ਦੇ ਰਾਈਟਸ ਹੈਗੇ ਸੀ, ਰਾਈਜ਼ਿੰਗ ਫਿਨਿਕਸ ਹੋ ਗਿਆ ਜੀ, ਨਾਲ ਦੇ ਨਾਲ ਜੀ ਇੱਕ ਹੋਰ ਕਾਲਜ ਦਾ ਉਹਦੇ ਬੰਦੇ ਨੇ ਟੀ-ਸ਼ਰਟ ਪਾਈ ਹੋਈ ਆ, ਉਹਦਾ ਲੋਗੋ ਆ ਰਿਹਾ ਵਾ M ਕਾਲਜ ਦਾ। ਮੈਨੂੰ ਪਤਾ ਨਹੀਂ ਕਿ ਵੀ ਉਹਨਾਂ ਦੀ ਕੀ ਇਨਵੋਲਵਮੈਂਟ ਹੈ ਕੀ ਨਹੀਂ ਹੈ, ਤੇ ਪ੍ਰਮਾਤਮਾ ਜਾਣੇ। ਬਟ ਇਹਦੇ ਤੇ ਹੀ ਇੱਕ ਗੱਲ ਆਉਂਦੀ ਹੈ, ਨੋ ਲੰਚਿਸ ਆਰ ਫ੍ਰੀ ਇਨ ਦਿਸ ਵਰਲਡ। ਮਤਲਬ ਜਿਹੜਾ ਪੈਕੇਜ ਕਰਕੇ ਦਿੱਤਾ ਗਿਆ ਵਾ, ਦੈਟ ਇਜ਼ ਉਹ ਤੁਹਾਡੇ ਹੀ ਪੈਸੇ ਤੁਹਾਡੇ ਉੱਤੇ ਲਗਾਏ ਗਏ ਨੇ। ਸੋ ਯਾ ਮਤਲਬ ਜੇਕਰ ਤੁਹਾਡੇ 'ਚ ਐਕਸੈਪਟੇਬਿਲਿਟੀ ਹੈ, ਤੁਸੀਂ ਜਦੋਂ ਇੱਥੋਂ ਜਾ ਰਹੇ ਹੋ ਇਹ ਚੀਜ਼ ਪੁੱਛ ਲਓ, ਕਿਉਂਕਿ ਸਾਡੇ ਕੋਲ ਵੀ ਸਟੂਡੈਂਟ ਜਾਂਦਾ, ਅਸੀਂ ਉਹਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਕਹੀਦਾ ਕਿ ਭਾਈ ਉੱਥੇ ਜਾ ਕੇ ਪੜ੍ਹਾਈ ਕਰਨੀ ਪੈਣੀ ਐਂਡ ਪੜ੍ਹਾਈ ਕੀਤੇ ਬਿਨਾਂ ਗੁਜ਼ਾਰਾ ਨਹੀਂ, ਤੇ ਜੇਕਰ ਤੁਸੀਂ ਉੱਥੇ ਕਾਲਜ ਚੇਂਜ ਕਰੋਗੇ ਤੇ ਤੁਹਾਡਾ ਇੰਨਾ ਨੁਕਸਾਨ ਹੋਣਾ। ਹੁਣ ਇੱਥੋਂ ਕੀ ਹੈ, ਕਾਫੀ ਏਜੰਟਸ ਵੱਲੋਂ ਇਹ ਚੀਜ਼ ਨਹੀਂ ਦੱਸੀ ਜਾਂਦੀ ਕਿ ਵੀ ਤੁਹਾਡਾ ਉੱਥੇ ਜਾ ਕਰਕੇ ਨੁਕਸਾਨ ਕੀ ਹੈ। 90% ਲੋਕਾਂ ਨੂੰ ਦੱਸਿਆ ਵੀ ਜਾਂਦਾ, ਬਟ 10% ਕਹਿ ਲਓ ਚੰਗੇ ਮਾੜੇ ਹਰ ਤਰੀਕੇ ਦੇ ਬੰਦੇ ਹੁੰਦੇ ਆ। ਦ ਪੁਆਇੰਟ ਇਜ਼ ਇਹਦੇ ਵਿੱਚ ਕਿ ਅੱਜ ਮੌਂਟਰੀਅਲ ਜਾਣਾ ਬਹੁਤ ਵਧੀਆ। ਕੱਲਾ ਮੌਂਟਰੀਅਲ ਸ਼ਹਿਰ ਦੀ ਗੱਲ ਹੋ ਰਹੀ ਹੈ, ਤੁਸੀਂ ਕਿਊਬੈਕ ਬਹੁਤ ਵੱਡੀ ਪ੍ਰੋਵਿੰਸ ਹੈਗੀ ਹੈ, ਉਹਦੇ 'ਚ ਬੜੇ ਇਲਾਕੇ, ਬੜੇ ਪਿੰਡ ਇੱਦਾਂ ਦੇ ਵੀ ਹੈ ਕਿ ਜੇ ਸ਼ੇਅਰ ਬੁੱਕ ਦੀ ਗੱਲ ਕਰ ਲਾ, ਉਹ ਮੌਂਟਰੀਅਲ ਤੋਂ 200-300 ਕਿਲੋਮੀਟਰ ਦੂਰ ਹੈ। ਕਿਊਬੈਕ ਸਿਟੀ ਦੀ ਗੱਲ ਕਰ ਲਾ, ਉਹ ਘੱਟੋ ਘੱਟ ਨਹੀਂ ਤਾਂ 200-300 ਕਿਲੋਮੀਟਰ ਦੂਰ ਹੈ। ਉੱਥੇ ਜਾ ਕਰਕੇ ਮਤਲਬ ਮੈਂ ਆਪ ਇੱਕ ਵਾਰੀ ਕਿਊਬੈਕ ਸਿਟੀ ਦੇ ਵਿੱਚ ਗਿਆ ਸੀ, ਮੈਕਡੋਨਲਡ 'ਚ 버ਗਰ ਲੈਣ ਗਿਆ, ਮੇਰੇ ਤੋਂ 버ਗਰ ਨਹੀਂ ਲਿੱਤਾ ਗਿਆ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਸੀ ਆਉਂਦੀ। ਮੇਰੇ ਨਾਲ ਇੱਕ ਬੰਦਾ ਸੀ, ਉਹਨੇ ਫ੍ਰੈਂਚ 'ਚ ਗੱਲ ਕੀਤੀ, ਤਦ ਜਾ ਕੇ ਮੇਰਾ ਆਰਡਰ ਪਲੇਸ ਹੋਇਆ। ਐਂਡ ਸੇਮ ਹੈਪਨ ਇਨ ਦ ਸ਼ੇਅਰ ਬੁੱਕ ਆਲਸੋ। ਸੋ ਇੱਦਾਂ ਦੇ ਬਥੇਰੇ ਹੋਰ ਇਲਾਕੇ। ਹਾਂ, ਮੌਂਟਰੀਅਲ ਜਿਹੜਾ ਮੇਨ ਸ਼ਹਿਰ ਹੈ, ਉੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ ਐਂਡ ਬਹੁਤ ਵੱਡੇ ਤਾਦਾਦ ਦੇ ਉੱਤੇ ਉੱਥੇ ਇੰਟਰਨੈਸ਼ਨਲ ਸਟੂਡੈਂਟ ਜਾ ਰਹੇ। ਤੁਸੀਂ ਜਦੋਂ ਇੱਥੋਂ ਮੌਂਟਰੀਅਲ ਜਾ ਰਹੇ ਹੋ, ਕਾਈਂਡਲੀ ਆਪਣਾ ਕੈਂਪਸ ਚੈੱਕ ਕਰ ਲਓ ਕਿ ਮੈਂ ਕਿਹੜੇ ਕੈਂਪਸ 'ਚ ਜਾ ਰਿਹਾ। ਮੌਂਟਰੀਅਲ ਦੇ ਵਿੱਚ ਜਾ ਰਹੇ ਹੋ ਦੈਨ ਦੇयर ਇਜ਼ ਨੋ ਇਸ਼ੂ ਐਟ ਆਲ। ਮੌਂਟਰੀਅਲ ਤੋਂ ਬਾਹਰ ਜਾ ਰਹੇ ਹੋ ਤਾਂ ਕਾਈਂਡਲੀ ਗੂਗਲ ਦੇ ਉੱਤੇ ਸਰਚ ਕਰ ਲਓ, ਉੱਥੇ ਜਾ ਕੇ ਪਿੱਟਣ ਦੀ ਕੋਈ ਲੋੜ ਨਹੀਂ ਹੈਗੀ। ਐਕਸਕਿਊਜ਼ ਮਾਈ ਟੰਗ, ਮੈਂ ਵਰਡ ਬੋਲਿਆ, ਪਿੱਟਣ ਦੀ ਕੋਈ ਲੋੜ ਨਹੀਂ, ਕਿਉਂਕਿ ਹਾਂ ਇਹਨੂੰ ਪਿੱਟਣਾ ਹੀ ਕਹਿੰਦੇ ਆ। ਰੀਜ਼ਨ ਕਿ ਤੁਸੀਂ ਅੱਜ ਇੰਡੀਆ ਬੈਠੇ ਹੋਏ ਹੋ, ਤੁਸੀਂ ਕਹਿੰਦੇ ਹੋ ਭਾਜੀ ਬਸ ਪਹੁੰਚਾ ਦਿਓ, ਬਾਕੀ ਉੱਥੇ ਜਾ ਕੇ ਦੇਖੀ ਜਾਏਗੀ, ਤੇ ਉੱਥੇ ਜਾ ਕੇ ਕਹਿੰਦੇ ਓਹੋ ਆਹ ਕੀ ਹੋ ਗਿਆ ਜੀ, ਹੁਣ ਸਾਡਾ ਕਾਨੂੰਨ ਇਹ ਕਹਿੰਦਾ, ਤੁਹਾਨੂੰ ਕਾਨੂੰਨ ਯਾਦ ਆ ਜਾਂਦਾ। ਦ ਪੁਆਇੰਟ ਇਜ਼ ਜਦੋਂ ਤੁਸੀਂ ਇੱਥੋਂ ਘਰੋਂ ਚੱਲੇ ਹੋ, ਤੁਸੀਂ ਆਪਣੀ ਸਾਰੀ ਸਰਚ ਕਰ ਲਓ
ਗੂਗਲ ਦੇ ਉੱਤੇ ਜਿਹੜੇ ਘਰ 'ਚ ਜਾ ਕੇ ਰਹਿਣਾ, ਜਿਹੜੇ ਐਡਰੈਸ 'ਚ ਜਾਣਾ, ਉੱਥੋਂ ਤੁਸੀਂ ਆਪਣਾ ਡਿਸਟੈਂਸ ਦੇਖ ਲਓ ਕਾਲਜ ਦਾ, ਤੁਹਾਡੇ ਨਾਲ ਕਦੀ ਵੀ ਪ੍ਰੋਬਲਮ ਨਹੀਂ ਹੋ ਸਕਦੀ। ਬਟ ਯੈਸ ਵੈਨ ਇਟ ਕਮਸ ਟੂ ਦਾ ਕਾਲਜ ਪੈਕੇजेस ਕਿ ਜੀ ਇਹਦੇ ਵਿੱਚ ਤੁਹਾਡੀ ਅਕਮੋਡੇਸ਼ਨ ਵੀ ਇਨਕਲੂਡਿਡ ਹੈ, ਤੁਹਾਡੀ 에ਅਰਪੋਰਟ ਟ੍ਰਾਂਸਫਰ ਵੀ ਇਨਕਲੂਡਿਡ ਹੈ। ਅੱਜ ਦੀ ਡੇਟ ਦੇ ਵਿੱਚ ਜਿਹੜਾ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਸਾਰੀਆਂ ਚੀਜ਼ਾਂ ਅਵੇਲੇਬਲ ਹੈ, ਤੁਹਾਨੂੰ ਜੋ ਜੋ ਫੈਸਿਲਿਟੀਆਂ ਚਾਹੀਦੀਆਂ ਤੁਸੀਂ ਆਨਲਾਈਨ ਉਹ ਫੈਸਿਲਿਟੀਆਂ ਲੈ ਸਕਦੇ ਹੋ। ਦੇਰ ਇਜ਼ ਨੋ ਇਸ਼ੂ ਐਟ ਆਲ, ਨੋ ਇਸ਼ੂ ਐਟ ਆਲ। ਕਿ ਵੀ ਜੇਕਰ ਮੈਂ 에ਅਰਪੋਰਟ ਟ੍ਰਾਂਸਫਰ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਹੈ 50, ਹੱਦ ਬਹੁਤ ਮੱਲ ਮਾਰ ਲਈਏ $100। ਅਕਮੋਡੇਸ਼ਨ ਦੀ ਗੱਲ ਕਰ ਲਾਂ, 4-5 ਮੁੰਡੇ ਕੁੜੀਆਂ ਇਕੱਠੇ ਹੋ ਕਰਕੇ ਜੇਕਰ ਇੱਕ ਘਰ ਵੀ ਲੈਂਦੇ ਹੋ 400 ਨਹੀਂ ਤੇ $1000। ਇਹ ਤੋਂ ਜ਼ਿਆਦਾ ਕਿ ਸ਼ੇਅਰਡ ਅਕਮੋਡੇਸ਼ਨ ਮਤਲਬ ਜੇ ਮੈਂ ਪੂਰੇ ਘਰ ਦੀ ਗੱਲ ਕਰ ਲਾਂ ਤੇ 2000-3000 ਦਾ ਟੋਟਲ ਆ ਜਾਏਗਾ। 3-4 ਬੈਡਰੂਮ ਹਾਊਸ ਜਾਂ 5 ਬੈਡਰੂਮ ਹਾਊਸ ਥੋੜਾ ਜਿਹਾ ਸਸਤੇ ਦੀ ਗੱਲ ਕਰ ਲਈਏ $1500 ਦਾ ਆ ਜਾਊਗਾ। ਉਹਨੂੰ 4-5 ਜਿਹੜੀਆਂ ਕੁੜੀਆਂ ਜਾਂ 4-5 ਮੁੰਡੇ ਇਕੱਠੇ ਜਿਹੜਾ ਉਹ ਸ਼ੇਅਰਿੰਗ ਅਕਮੋਡੇਸ਼ਨ ਦੇ ਵਿੱਚ ਰਹਿ ਸਕਦੇ। ਸੋ ਐਵਰੀਥਿੰਗ ਕੈਨ ਬੀ ਡਨ। ਕਿੰਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ ਜਿਹੜੀਆਂ ਸਟੂਡੈਂਟ ਅਕਮੋਡੇਸ਼ਨ ਦਾ ਹੀ ਕੰਮ ਕਰਦੀਆਂ, ਤੁਸੀਂ ਆਨਲਾਈਨ ਸਾਰੀਆਂ ਚੀਜ਼ਾਂ ਬੁਕਿੰਗ ਕਰਵਾ ਸਕਦੇ ਹੋ। ਅੱਜ ਜਿਹੜਾ ਬੱਚਾ ਯੂਕੇ ਜਾ ਰਿਹਾ, ਯੂਕੇ ਦੇ ਵਿੱਚ ਕਿਹੜੇ ਪੈਕੇजेस ਹੈ? ਯੂਕੇ 'ਚ ਕੋਈ ਅਕਮੋਡੇਸ਼ਨ ਦਾ ਪੈਕੇਜ ਨਹੀਂ ਹੈ। ਸਟੂਡੈਂਟ ਦਾ ਵੀਜ਼ਾ ਲੱਗਦਾ, ਉਹ ਆਨਲਾਈਨ ਆਪਣੀ 14 ਦਿਨ ਦੀ ਅਕਮੋਡੇਸ਼ਨ ਬੁੱਕ ਕਰਾਉਂਦਾ, ਕਿਉਂਕਿ ਉੱਥੇ 에ਅਰਪੋਰਟ ਤੇ ਉਹਨੂੰ ਦੱਸਣਾ ਪੈਂਦਾ ਕਿ ਮੈਂ ਕਿਹੜੀ ਅਕਮੋਡੇਸ਼ਨ ਜਾ ਕੇ ਰਹਿਣਾ। ਸੋ ਜੇਕਰ ਯੂਕੇ ਜਾਣ ਵਾਲਾ ਸਟੂਡੈਂਟ ਜਿਹੜਾ ਕਿ ਵਿਦਆਊਟ ਆਇਲਸ ਵੀ ਜਾ ਰਿਹਾ ਕਰਵਾ ਸਕਦਾ, ਤੇ ਕੈਨੇਡਾ ਜਾਣ ਵਾਲਾ ਸਟੂਡੈਂਟ ਵੀ ਕਰਵਾ ਸਕਦਾ ਹੈ। ਕੰਟਰੈਕਟ ਜਿਹੜਾ ਤੁਸੀਂ ਸਾਈਨ ਕਰਦੇ ਹੋ ਕਾਲਜਿਸ ਦਾ, ਉਹਨੂੰ 10 ਵਾਰ ਪੜ੍ਹ ਲਓ। ਟਰਮਸ ਐਂਡ ਕੰਡੀਸ਼ਨ ਤੁਹਾਡੇ ਕੋਲ ਕਲੀਅਰ ਹੋ ਜਾਣ, ਠੀਕ ਹੈ, ਦੈਟ ਇਜ਼ ਟਰਮਸ ਐਂਡ ਕੰਡੀਸ਼ਨ ਕਲੀਅਰ ਹੋ ਜਾਣ ਤੁਹਾਡਾ। ਕਿਉਂਕਿ ਪ੍ਰੋਬਲਮ ਨਾ ਇੱਥੇ ਹੈ, ਹੋਰ ਕਿਤੇ ਨਹੀਂ ਹੈ। ਤੁਹਾਨੂੰ ਪਹਿਲੇ ਦਿਨ ਪਤਾ ਨਾ ਕਿ ਆ ਮੇਰੇ ਪੈਸੇ ਵਾਪਿਸ ਆਣੇ ਆ, ਮੇਰੇ ਪੈਸੇ ਵਾਪਿਸ ਨਹੀਂ ਆਣੇ, ਤੇ ਤੁਹਾਨੂੰ ਕਦੀ ਵੀ ਪ੍ਰੋਬਲਮ ਨਹੀਂ ਹੁੰਦੀ। ਹੁਣ ਹੈਗਾ ਕਿ ਤੁਸੀਂ ਉੱਥੇ ਜਾ ਕਰਕੇ ਹੋ ਮੈਨੂੰ ਤੇ ਪਤਾ ਹੀ ਨਹੀਂ ਸੀ ਕੀ ਹੋਇਆ ਕੀ ਨਹੀਂ ਹੋਇਆ। ਸੋ ਇਹਦੇ ਵਿੱਚ ਚਾਹੇ ਉਹ ਕਾਲਜ ਹੈ, ਚਾਹੇ ਉਹ ਏਜੰਟ ਹੈ, ਚਾਹੇ ਉਹ ਇੱਥੋਂ ਵਾਲਾ ਏਜੰਟ ਹੈ, ਮੈਂ ਕਿਸੇ ਨੂੰ ਕਸੂਰਵਾਰ ਨਹੀਂ ਕਹਾਂਗਾ। ਮੈਂ ਹੀ ਕਹਾਂਗਾ ਕਿ ਹਮੇਸ਼ਾ ਕਹਿਣਾ ਆਇਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸਿਰਫ ਇੱਕੋ ਚੀਜ਼ ਕਹੂੰਗਾ, ਨੋ ਲੰਚਸ ਆਰ ਫ੍ਰੀ ਇਨ ਦਿਸ ਵਰਲਡ। ਤੁਸੀਂ ਜਿਹੜੇ ਪੈਸੇ ਤੁਹਾਡੇ ਤੇ ਖਰਚੇ ਜਾਣੇ ਉਹ ਤੁਹਾਡੀ ਜੇਬ 'ਚੋਂ ਹੀ ਲੱਗਣੇ ਆ। ਕੋਈ ਪਹਿਲੇ ਲੈਂਦਾ, ਕੋਈ ਬਾਅਦ ਚੋਂ ਲੈਂਦਾ, ਬਟ ਪੈਸੇ ਤੁਹਾਡੇ ਹੀ ਹੈ। ਕਿਉਂਕਿ ਅਲਟੀਮੇਟਲੀ ਜਾਣਾ ਤੁਸੀਂ ਚਾਹੁੰਦੇ ਹੋ, ਕੋਈ ਹੋਰ ਨਹੀਂ ਜਾਣਾ ਚਾਹੁੰਦਾ। ਕੰਸਲਟੈਂਟ ਨਹੀਂ ਆਪ ਜਾਣਾ ਚਾਹੁੰਦਾ, ਤੁਸੀਂ ਜਾਣਾ ਚਾਹੁੰਦੇ ਹੋ। ਜਾਣਾ ਹੈ ਬਹੁਤ ਵਧੀਆ ਗੱਲ ਹੈ, ਪੈਸੇ ਖਰਚ ਕੇ ਜਾਣਾ, ਫ੍ਰੀ ਜਾਣਾ ਨਹੀਂ। ਬਟ ਇੰਨਾ ਕੁ ਦੇਖ ਲਓ ਯਾਰ ਕਿ ਵੀ ਜਦੋਂ ਮੈਂ ਉੱਥੇ ਜਾਣਾ ਮੈਨੂੰ ਮੇਰੇ ਮਤਲਬ ਦੀ ਚੀਜ਼ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਜੇ ਨਹੀਂ ਮਿਲ ਰਹੀ ਤੇ ਮੈਨੂੰ ਉੱਥੇ ਜਾ ਕੇ ਆਪਣੇ ਮਤਲਬ ਦੀ ਚੀਜ਼ ਲੈਣੀ ਹੈ। ਜੇਕਰ ਮੇਰਾ ਨੁਕਸਾਨ ਕਿੰਨਾ ਹੋਏਗਾ ਉਹਦੀ ਕੈਲਕੂਲੇਸ਼ਨ ਕਰ ਲਓ। ਤੇ ਜੇਕਰ ਕੈਲਕੂਲੇਸ਼ਨ ਕਲੀਅਰ ਹੈ, ਤੁਹਾਡਾ ਨਾ ਰਿਸ਼ਤਾ ਕਦੀ ਕੰਸਲਟੈਂਟ ਨਾਲ ਵਿਗੜੂਗਾ, ਨਾ ਉੱਥੇ ਜਾ ਕਰਕੇ ਤੁਸੀਂ ਕੋਈ ਵੀਡੀਓਜ਼ ਬਣਾਉਣ ਵਾਲੇ ਬੰਨੇ ਜਾਓਗੇ। ਸਿਰਫ ਔਰ ਸਿਰਫ ਆਪਣੀ ਤਰੱਕੀ ਵਾਲੇ ਬੰਨੇ ਫੋਕਸ ਕਰੋਗੇ। ਸੋ ਸਲਾਹ ਸਾਰਿਆਂ ਨੂੰ ਇਸ ਵੇਲੇ ਇਹੀ ਹੈ, ਕਿਉਂਕਿ ਇਹਦੇ ਵਿੱਚ ਹੈ ਮੈਂ ਕਾਲਜ ਦੀ ਵੀ ਕੋਈ ਗਲਤੀ ਨਹੀਂ ਕਹਿੰਦਾ, ਕੰਸਲਟੈਂਟ ਦੀ ਵੀ ਕੋਈ ਗਲਤੀ ਨਹੀਂ ਕਹਿੰਦਾ, ਨਿਆਣੇ ਦੀ ਵੀ ਨਹੀਂ ਕਹਿੰਦਾ, ਹਾਲਾਤਾਂ ਦੀ ਕਹਿੰਦਾ ਐਂਡ ਐਕਸਪੈਕਟੇਸ਼ਨ ਸੈਟਿੰਗ ਦੀ ਕਹਿੰਦਾ ਐਂਡ ਕਲੀਅਰ ਕਮਿਊਨੀਕੇਸ਼ਨ ਦੀ ਕਹਿੰਦਾ। ਜੇਕਰ ਤੁਹਾਡੇ ਕੋਲ ਕਲੀਅਰ ਕਮਿਊਨੀਕੇਸ਼ਨ ਹੈ ਏਜੰਟ ਵੱਲੋਂ ਐਂਡ ਤੁਸੀਂ ਸਿੱਧੇ ਸਵਾਲ ਪੁੱਛਦੇ ਹੋ ਕੀ ਇਹ ਹੋਏਗਾ ਕੀ ਇਹ ਨਹੀਂ ਹੋਏਗਾ, then there is no issue at all। ਸੋ ਆਪਣਾ ਕਹਿ ਲਓ ਨਾ ਦੁਬਾਰਾ ਐਂਡਿੰਗ ਅਪ ਵਿਦ ਕਿ ਦੈਟ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਬੱਬੂ ਮਾਨ ਦਾ ਇੱਕ ਗਾਣਾ ਆਇਆ ਸੀਗਾ ਜੀ, ਜਿੱਤ ਗਿਆ ਓਬਾਮਾ, ਕਾਨੂੰ ਪਤਾ ਨਹੀਂ ਕਾਨੂੰ ਖੁਸ਼ ਨਹੀਂ ਹੋ, ਕਾਨੂੰ ਖੁਸ਼ ਹੈ ਜੀ ਭਾਰਤੀ। ਉਹੀਓ ਗੱਲ ਅੱਜ ਜੋਏ ਬਾਈਡਨ ਵੇਲੇ ਹੋ ਰਹੀ ਹੈ ਕਿ ਜੀ ਅੱਜ ਹਰ ਜਗ੍ਹਾ ਕੰਸਲਟੈਂਟ ਵੱਲੋਂ ਬੜੀਆਂ ਫੋਟੋਆਂ ਆ ਰਹੀਆਂ ਜੀ, ਕੰਗ੍ਰੈਚੁਲੇਸ਼ਨ ਟੂ ਜੀ ਕਮਾਲਾ ਹੈਰਿਸ ਤੇ ਨਾਲ ਜੀ ਜੋਏ ਬਾਈਡਨ ਕਿ ਜੀ ਉਹ ਪ੍ਰੈਜ਼ੀਡੈਂਟ ਬਣਨ ਵਾਸਤੇ ਜੀ ਬਹੁਤ ਬਹੁਤ ਮੁਬਾਰਕਾਂ, ਜਿਵੇਂ ਇਹਨਾਂ ਦੇ ਮਾਸੀ ਦੇ ਪੁੱਤ ਹੁੰਦੇ ਆ। ਸੋ ਪੁਆਇੰਟ ਇਜ਼ ਨਾ ਇਹ ਕਦੀ ਜੋਏ ਬਾਈਡਨ ਨੂੰ ਮਿਲੇ ਹੋਣੇ ਆ ਤੇ ਨਾ ਇਹ ਕਮਾਲਾ ਹੈਰਿਸ ਨੂੰ ਮਿਲੇ ਹੁੰਦੇ, ਤੇ ਜੇ ਟਰੰਪ ਜਿੱਤ ਜਾਂਦਾ ਤੇ ਉਰੀਆਂ ਵੀ ਕਰਨੀਆਂ। ਤਾਂ ਇਹ ਮਾਰਕੀਟਿੰਗ ਇੱਕ ਸਟੰਟਸ ਹੈਗੇ ਏਜੰਟਸ ਵੱਲੋਂ, ਵਧਾਈਆਂ ਦਿੰਦੇ ਪ੍ਰਾਈਮ ਮਿਨਿਸਟਰ ਨੂੰ। ਉਹ ਪ੍ਰਾਈਮ ਮਿਨਿਸਟਰ ਕਹਤਾ, ਮਾਫੀ ਚਾਹੁੰਦਾ ਜੀ, ਪ੍ਰੈਜ਼ੀਡੈਂਟ ਨੂੰ ਨਾ ਉੱਥੋਂ ਤੱਕ ਉਹਨਾਂ ਦੀਆਂ ਵਧਾਈਆਂ ਪਹੁੰਚਣੀਆਂ ਵੀ ਹੈ। ਐਨੀਵੇਜ਼ ਉਹ ਇੱਕ ਪਿੰਡ ਦੇ ਬੰਦੇ ਨੂੰ ਲੱਗਦਾ ਪਤਾ ਨਹੀਂ ਇਹ ਆਪਸ ਦੇ ਵਿੱਚ ਇਹਦੀ ਸਿੱਧੀ ਗੱਲਬਾਤ ਹੈਗੀ ਹੈ ਜੀ, ਉਹਨੂੰ ਵਧਾਈਆਂ ਦਿੰਦਾ ਪਿਆ ਵਾ। ਸੋ ਦ ਪੁਆਇੰਟ ਇਜ਼ ਇਸ ਵੇਲੇ ਹਾਲਾਤ USA ਦੀ ਗੱਲ ਕਰ ਰਿਹਾ, ਬਿਲਕੁਲ USA ਦੀ ਗੱਲ ਕਰ ਰਿਹਾ। ਸੋ USA ਦੇ ਹਾਲਾਤ ਇਹ ਨੇ ਕਿ ਵੀ ਇਸ ਵੇਲੇ ਕਲੀਅਰ ਮੈਜੋਰਿਟੀ ਦੇ ਨਾਲ ਜਿਹੜਾ ਵਾ ਪ੍ਰੈਜ਼ੀਡੈਂਟਸ਼ਿਪ ਦੀ ਇਲੈਕਸ਼ਨ ਜਿੱਤ ਚੁੱਕੇ ਹੈ ਜੋਏ ਬਾਈਡਨ। ਐਂਡ ਮੇਰਾ ਖਿਆਲ ਹੈ ਮੇਰਾ ਖਿਆਲ ਹੈ ਦਸੰਬਰ ਫਸਟ ਵੀਕ ਦੇ ਵਿੱਚ ਜਾਂ ਨਵੰਬਰ ਸੈਕਿੰਡ ਵੀਕ ਦੇ ਵਿੱਚ, ਆਮ ਨਾਟ ਸ਼ੋਰ। ਮੈਂ ਸਵੇਰੇ ਨਿਊਜ਼ਪੇਪਰ ਪੜ੍ਹ ਰਿਹਾ ਸੀ, ਭੁੱਲ ਗਿਆ ਡੇਟ, ਕਿ ਵੀ ਜਦੋਂ ਉਹ ਇਸ ਚੀਜ਼ ਦੀ ਆਪਣਾ ਓਥ ਸੈਰੇਮਨੀ ਕਰਨਗੇ ਐਂਡ ਆਪਣੀ ਪ੍ਰੈਜ਼ੀਡੈਂਟਸ਼ਿਪ ਦਾ ਟੈਨਿਓਰ ਜਿਹੜਾ ਉਹ ਸ਼ੁਰੂ ਕਰਨਗੇ। ਇਸ ਵੇਲੇ ਕਿਹਾ ਜਾ ਰਿਹਾ, ਬਟ ਪਹਿਲੀ ਸਟੇਟਮੈਂਟ ਆ ਗਈ ਹੈ ਉਹਨਾਂ ਦੀ, ਦੈਟ ਇਜ਼ ਨਾਟ ਐਜ਼ ਅ ਪ੍ਰੈਜ਼ੀਡੈਂਟ ਬਟ ਐਜ਼ ਅ ਜੋਏ ਬਾਈਡਨ ਕਿ ਫਿਊਚਰ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਕਿ ਦੈਟ ਜੀ ਮੈਂ H1B ਵੀਜ਼ਾ ਜਿਹੜੇ ਕਿ ਡੋਨਲਡ ਟਰੰਪ ਨੇ ਸਖਤਾਈ ਕੀਤੀ ਸੀ, ਬੰਦ ਕੀਤੇ ਸੀ, ਜਿਸ ਕਰਕੇ ਉੱਥੇ ਲੋਕੀ ਆਪਣੀਆਂ ਨੌਕਰੀਆਂ ਛੱਡ ਕੇ ਕੈਨੇਡਾ ਨੂੰ ਜਾਣਾ ਸ਼ੁਰੂ, ਨੌਕਰੀਆਂ ਤਾਂ ਰਹੀਆਂ ਹੀ ਨਹੀਂ, ਵੀਜ਼ੇ ਰਹੇ ਨਹੀਂ, ਕਿ ਵੀ ਉੱਥੇ ਕੈਨੇਡਾ ਜਾਣੇ ਸ਼ੁਰੂ ਹੋ ਗਏ ਸੀ। ਮੈਨੂੰ ਯਾਦ ਆ ਅੱਜ ਤੋਂ 4 ਸਾਲ ਪਹਿਲੇ ਜਦੋਂ ਡੋਨਲਡ ਟਰੰਪ ਬਣਿਆ ਸੀ ਨਾ, ਹਾਈਵੇ ਦੇ ਉੱਤੇ, ਅਮਰੀਕਾ ਦੇ ਵਿੱਚ ਹਾਈਵੇ ਦੇ ਉੱਤੇ ਬੋਰਡ ਲੱਗ ਗਏ ਸੀ, ਵਾਂਟ ਟੂ ਮਾਈਗ੍ਰੇਟ ਟੂ
ਕੈਨੇਡਾ 'ਚ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, USA ਦੀ ਪ੍ਰੋਪਰਟੀ ਸਾਨੂੰ ਦੇ ਦਿਓ, ਤੁਸੀਂ ਕੈਨੇਡਾ 'ਚ ਤੁਹਾਨੂੰ ਸੈਟਲ ਕਰ ਦਿੰਦੇ ਆ, ਕਿਉਂਕਿ ਪਾਲਿਸੀਜ਼ ਐਂਟੀ ਇਮੀਗ੍ਰੈਂਟ ਪਾਲਿਸੀ ਸੀਗੀਆਂ। ਉਹਦੇ ਰਿਜ਼ਲਟ ਲੋਕਾਂ ਨੇ 4 ਸਾਲ ਦੇਖੇ। ਹੁਣ ਇਹ ਨਹੀਂ ਕਹਿ ਸਕਦੇ, ਵੈਸੇ ਤੇ ਵੈਸੇ ਦੁਨੀਆ ਦਾ ਦਸਤੂਰ ਹੈ ਇਨਕਲੂਡਿੰਗ ਸਾਡੇ, ਕਿ ਜਦੋਂ ਤੱਕ ਬੰਦਾ ਕੁਰਸੀ ਤੇ ਬੈਠਾ ਹੁੰਦਾ ਤੇ ਪਿਤਾ ਜੀ ਕਹੀਦੀ ਹੈ, ਤੇ ਜਦੋਂ ਵਕਤ ਉਹਦਾ ਬਦਲਦਾ ਹੈ ਤਾਂ ਕਹੀਦਾ ਜੀ ਇਹ ਬੰਦਾ ਬੜਾ ਮਾੜਾ ਸੀ। ਜਿੰਨੀ ਦੇਰ ਤੱਕ ਚੜਾਈ ਹੈ ਉਦੋਂ ਕਹੀਦਾ ਜੀ ਇਹ ਇਹਦੇ ਵਰਗਾ ਬੰਦਾ ਨਹੀਂ, ਬਹੁਤ ਅੜੀਅਲ ਬੰਦਾ, ਇਹ ਅੜ ਗਿਆ ਤੇ ਬਹੁਤ ਪੰਗਾ ਹੋ ਜਾਏਗਾ, ਇਹ ਲੜ ਲੁੜ ਨਾ ਪਵੇ ਕਿਤੇ। ਦ ਪੁਆਇੰਟ ਇਜ਼ ਕਿ ਇਸ ਵੇਲੇ ਜੋਏ ਬਾਈਡਨ ਦੀ ਜਿਹੜੀਆਂ ਪਾਲਿਸੀਜ਼ ਨੇ ਉਹ ਐਂਟੀ ਇਮੀਗ੍ਰੇਸ਼ਨ ਨਾ, ਐਂਟੀ ਇਮੀਗ੍ਰੈਂਟ ਨਾ ਜਾਂ ਐਂਟੀ ਇਮੀਗ੍ਰੇਸ਼ਨ ਨਾ ਹੋ ਕਰਕੇ ਪ੍ਰੋ ਇਮੀਗ੍ਰੇਸ਼ਨ ਇੱਦਾਂ ਦਾ ਮੰਨਿਆ ਜਾ ਰਿਹਾ। ਇੱਦਾਂ ਦੀਆਂ ਗੱਲਾਂ ਮਾਰਕੀਟ ਦੇ ਵਿੱਚ ਕਹੀਆਂ ਜਾ ਰਹੀਆਂ। ਮੈਂ ਪਰਸਨਲੀ ਕਦੀ ਜੋਏ ਬਾਈਡਨ ਨੂੰ ਮਿਲਿਆ ਨਹੀਂ, ਕਦੀ ਉਹਨਾਂ ਕਾਫੀ ਪੀਣ ਦਾ ਮੌਕਾ ਮਿਲਿਆ ਨਹੀਂ, ਤੇ ਮੈਨੂੰ ਪਤਾ ਨਹੀਂ ਕਿ ਉਹ ਸੋਚ ਕੀ ਰੱਖਦੇ ਨੇ। ਬਟ ਹਾਂ, ਜੋ ਆਰਟੀਕਲ ਕਹਿ ਰਹੇ ਨੇ ਜਾਂ ਜੋ ਇਸ ਵੇਲੇ ਨਿਊਜ਼ਜ਼ ਆ ਰਹੀਆਂ ਨੇ ਉਹਦੇ ਅਕੋਰਡਿੰਗ ਤੇ ਲੱਗ ਰਿਹਾ ਕਿ ਜਿਹੜੇ ਉੱਥੇ ਬੈਠੇ ਹੋਏ, ਦੁਬਾਰਾ ਰਿਪੀਟ ਕਰ ਰਿਹਾ, ਉੱਥੇ ਬੈਠੇ ਹੋਏ ਸਟੂਡੈਂਟ, ਉੱਥੇ ਬੈਠੇ ਹੋਏ ਇਮੀਗ੍ਰੈਂਟ ਨੂੰ ਹੱਥਾਂ ਪੈਰਾਂ ਦੀ ਪੈ ਰਹੀ ਸੀ ਡੋਨਲਡ ਟਰੰਪ ਦੇ ਟੈਨਿਓਰ ਦੇ ਵਿੱਚ। ਮੇਰਾ ਖਿਆਲ ਆ ਉਹ ਥੋੜਾ ਜਿਹਾ ਰਿਲੈਕਸ ਫੀਲ ਕਰ ਰਹੇ ਨੇ। ਜਿਹੜੇ ਬੰਦੇ ਉੱਥੇ ਵਰਕ ਪਰਮਿਟ ਤੇ ਸੀ, H1B ਵੀਜ਼ਾ ਤੇ, ਕਿ ਅੱਗੇ ਫਿਊਚਰ ਨਹੀਂ ਸੀ ਨਜ਼ਰ ਆ ਰਿਹਾ, ਅੱਜ ਉਹਨਾਂ ਨੂੰ ਫਿਊਚਰ ਨਜ਼ਰ ਆ ਰਿਹਾ। ਸੋ ਇਸੇ ਕਰਕੇ ਜਿਹੜਾ ਹੈਗਾ ਵਾ ਕਲੀਅਰ ਮੈਜੋਰਿਟੀ ਦੇ ਨਾਲ ਇਹ ਜਿੱਤੇ ਨੇ। ਜੇਕਰ ਆਪਾਂ ਜਿਹੜਾ ਇਮੀਗ੍ਰੈਂਟ ਏਰੀਆ ਵਾ, ਨੇਵਾਡਾ ਹੋ ਗਿਆ ਜੀ, ਤੁਹਾਡਾ ਮੈਕਸੀਕੋ ਸਾਈਡ ਹੋ ਗਿਆ ਜੀ, ਜਾਂ ਫਿਰ ਤੁਹਾਡਾ ਇਹ ਕੈਲੀਫੋਰਨੀਆ ਸਾਈਡ ਹੋ ਗਿਆ, ਉਹ 'ਚ ਕਲੀਅਰ ਮੈਜੋਰਿਟੀ ਦੇ ਨਾਲ ਜੋਏ ਬਾਈਡਨ ਜਿਹੜਾ ਉਹ ਜਿੱਤ ਹਾਸਲ ਕੀਤੀ ਹੈ। ਐਂਡ ਕਿਉਂਕਿ ਆਪਣੀਆਂ ਪ੍ਰੋ ਇਮੀਗ੍ਰੈਂਟ ਪਾਲਿਸੀ ਫਿਊਚਰ ਦੇ ਵਿੱਚ ਅਪਲਾਈ ਕਰਨ ਵਾਸਤੇ ਜੋ ਉਹਨਾਂ ਨੇ ਉੱਥੇ ਲੋਕਾਂ ਨਾਲ ਵਾਅਦੇ ਕੀਤੇ ਨੇ। ਬਟ ਪਹਿਲਾ ਸਟੇਟਮੈਂਟ ਆਣਾ ਕਲੀਅਰ ਸਿਗਨਲ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜਾ ਅੱਜ ਹੈਦਰਾਬਾਦ ਸਾਈਡ ਮੈਂ ਗਿਆ ਸੀਗਾ ਸੈਮੀਨਾਰਸ ਕਰਨ ਵਾਸਤੇ, ਤੇ ਇੱਕ ਟਾਈਮ ਸੀ ਹੈਦਰਾਬਾਦ ਤੋਂ ਬੱਚਾ ਸਿਰਫ USA ਨੂੰ ਜਾਂਦਾ ਸੀ, ਉਹ USA ਤੋਂ ਹੁਣ ਮੋਲਡ ਹੋ ਕਰਕੇ ਕੈਨੇਡਾ ਜਾਣਾ ਸ਼ੁਰੂ ਹੋ ਗਿਆ, ਕਿਉਂਕਿ USA ਦੇ ਵਿੱਚ ਫਿਊਚਰ ਨਜ਼ਰ ਨਹੀਂ ਸੀ ਆਉਂਦਾ। ਸੋ ਦ ਪੁਆਇੰਟ ਇਜ਼ ਅੱਜ ਉਹ ਦੁਬਾਰਾ ਲੋਕਾਂ 'ਚ ਉਮੀਦ ਨਜ਼ਰ ਆ ਗਈ ਹੈ ਕਿ USA ਵੀ ਪੜ੍ਹਾਈ ਕਰਨ ਲਈ ਜਾਇਆ ਜਾ ਸਕਦਾ। ਔਰ 2021 ਜਿੱਥੇ ਮੈਂ ਕਹਿ ਰਿਹਾ ਸੀਗਾ ਕਿ ਵੀ ਆਸਟ੍ਰੇਲੀਆ, UK, ਕੈਨੇਡਾ, ਨਿਊਜ਼ੀਲੈਂਡ ਆਪਸ 'ਚ ਕੰਪੀਟੀਸ਼ਨ ਕਰਦੇ ਨਜ਼ਰ ਆਣਗੇ, ਇਸੇ ਕੰਪੀਟੀਸ਼ਨ ਦੇ ਵਿੱਚ ਇੱਕ ਪੰਜਵਾਂ ਪਲੇਅਰ ਹੋਰ ਜੁੜਨ ਚੱਲਿਆ, ਉਹਦਾ ਨਾਮ ਹੈ USA, ਕਿਉਂਕਿ ਪਹਿਲੇ USA ਦੀ ਕੋਈ ਗੱਲ ਨਹੀਂ ਸੀ ਹੁੰਦੀ। ਹੁਣ ਤੁਸੀਂ ਦੇਖਿਓ ਏਜੰਟ ਕਿੱਦਾਂ ਜਿਹੜਾ ਵਾ ਸਣੇ ਸਾਡੇ ਕਿ ਚੀਕਾ ਮਾਰ ਕੇ USA ਦੀ ਵੀ ਗੱਲ ਕਰਨਗੇ। ਬਟ USA ਦਾ ਵੀਜ਼ਾ ਇੰਟਰਵਿਊ ਬੇਸਡ ਹੀ ਹੈ ਕਿ ਤੁਹਾਨੂੰ ਇੰਟਰਵਿਊ ਦੇਣੀ ਪੈਣੀ ਹੈ, ਇੰਟਰਵਿਊ ਤੁਸੀਂ ਦਿਓਗੇ, ਇੰਗਲਿਸ਼ ਵਧੀਆ ਹੋਏਗੀ ਤਦ ਹੀ ਵੀਜ਼ਾ ਮਿਲੇਗਾ। ਸੋ ਇਹ ਸਾਰੀਆਂ ਅਪਡੇਸ਼ਨਸ ਹੈ। ਆਸਟ੍ਰੇਲੀਆ ਬਾਰੇ ਛੋਟੀ ਜੀ ਤੁਹਾਨੂੰ ਇਨਫੋਰਮੇਸ਼ਨ ਨਾਲ ਦੇ ਦੇਣਾ ਵਾ। ਆਸਟ੍ਰੇਲੀਆ ਦੀ ਇਨਫੋਰਮੇਸ਼ਨ ਇਹ ਹੈ ਕਿ ਇਸ ਵੇਲੇ 100% ਦਾ ਸਕਸੈਸ ਰੇਟ ਹੈ, ਕੋਈ ਵੀ ਇੱਕ ਨਿੱਕਾ ਵੀਜ਼ਾ ਐਪਲੀਕੇਸ਼ਨ ਰਿਜੈਕਟ ਨਹੀਂ ਹੋ ਰਹੀ। ਜਿਹੜਾ ਸਟੂਡੈਂਟ ਕਿ UK ਤੋਂ ਅੱਜ ਆਫਲੋਡ ਹੋ ਗਿਆ ਜਾਂ UK ਤੋਂ ਕੈਂਚੀ ਵੱਜ ਗਈ ਹੈ, ਮਤਲਬ ਥੱਲੇ ਪੈਰਾਂ ਥੱਲੇ ਜ਼ਮੀਨ ਕੱਢ ਦਿੱਤੀ ਗਈ ਹੈ, ਕਿਸੇ ਦੀ ਵੀ ਗਲਤੀ ਕਰਕੇ, ਚਾਹੇ ਉਹ ਏਜੰਟ ਚਾਹੇ ਤੁਹਾਡੀ ਆਪਣੀ, ਉਹ ਬੰਦੇ ਆਪਣੀ ਕਿਸਮਤ ਆਸਟ੍ਰੇਲੀਆ ਦੇ ਵਿੱਚ ਅਜਮਾ ਸਕਦੇ। ਆਸਟ੍ਰੇਲੀਆ ਡਰਾਬੈਕ ਇੱਕ ਹੀ ਹੈ, ਵੀਜ਼ਾ ਇਸ ਵੇਲੇ ਸਕਸੈਸ ਰੇਟ 100% ਹੈ, ਕਿਸੇ ਦੀ ਵੀ ਐਪਲੀਕੇਸ਼ਨ ਰਿਜੈਕਟ ਨਹੀਂ ਹੋ ਰਹੀ ਜਿਹੜੇ ਬੰਦੇ ਆਸਟ੍ਰੇਲੀਆ ਜਾਣਾ ਚਾਹੁੰਦੇ। ਬਟ ਆਸਟ੍ਰੇਲੀਆ ਵੀਜ਼ਾ ਲੱਗ ਜੂਗਾ, ਜਾਣ ਨੂੰ ਉੱਥੇ ਨਸੀਬ ਜਿਹੜਾ ਵਾ 3-4-6 ਮਹੀਨੇ ਬਾਅਦ ਹੋਣਾ, ਕਿਉਂਕਿ ਹਜੇ ਤੱਕ 31 ਦਸੰਬਰ ਤੱਕ ਦੀ ਤੇ ਅਨਾਉਂਸਮੈਂਟ ਹੈ ਕਿ ਬਾਰਡਰ ਨਹੀਂ ਖੁੱਲ ਰਹੇ। ਬਟ ਜਦ ਤੱਕ ਬਾਰਡਰ ਨਹੀਂ ਖੁੱਲਦੇ ਤੁਸੀਂ ਟਰੈਵਲ ਨਹੀਂ ਕਰ ਪਾਓਗੇ। ਬਟ ਜੇਕਰ ਸਟੂਡੈਂਟ ਕਹਿੰਦਾ ਹੈ ਕਿ ਯਾਰ ਮੈਂ ਕਲੀਅਰ ਆਪਣਾ ਵੀਜ਼ਾ ਤੇ ਲੈ ਕੇ ਰੱਖ ਲਾਂ, ਮੈਂ ਲੇਟਰ ਔਨ ਚੱਲ ਜਾਂਗਾ, ਜਾਂ ਜਦੋਂ ਆਸਟ੍ਰੇਲੀਆ ਦੀ ਪਹਿਲੇ ਉਮੀਦ ਨਹੀਂ ਸੀ, UK ਵਾਲੇ ਬੰਨੇ ਤੁਰੇ ਹੋਏ ਸੀਗੇ, ਸੋ ਅੱਜ ਦੀ ਡੇਟ ਦੇ ਵਿੱਚ ਉਹ ਵੀ ਆਪਸ਼ਨ ਅਵੇਲੇਬਲ ਹੈ। ਕਿਉਂਕਿ ਅਸੀਂ ਆਪਣਾ ਜਦੋਂ ਰਿਵਿਊ ਕਰ ਰਿਹਾ ਸੀਗਾ ਮੈਂ 6 ਨਵੰਬਰ ਨੂੰ, ਤੇ ਉਦੋਂ ਇੱਕ ਚੀਜ਼ ਪ੍ਰੈਜ਼ੈਂਟ ਹੋਈ ਕਿ ਆਸਟ੍ਰੇਲੀਆ ਦਾ ਇੱਕ ਵੀ ਵੀਜ਼ਾ ਰਿਜੈਕਟ ਨਹੀਂ ਹੋਇਆ। ਕਿ ਮੈਂ ਪ੍ਰੀ ਕੋਵਿਡ ਦੀ ਗੱਲ ਕਰਨਾ ਜਾਂ ਪੋਸਟ ਕੋਵਿਡ ਦੀ ਗੱਲ ਕਰਨਾ, ਕਿ देयर इज़ नॉट इवन अ सिंगल वीज़ा विच हैज़ बीन रिजेक्टेड थ्रू आउट द ईयर। सो पोस्ट कोविड ਤੇ ਇੱਕ ਵੀ ਐਪਲੀਕੇਸ਼ਨ ਨਹੀਂ ਹੈ, 20 ਦਿਨਾਂ ਦੇ ਵਿੱਚ ਸਟੂਡੈਂਟਸ ਦੇ ਵੀਜ਼ੇ ਆ ਰਹੇ। ਸੋ ਸਟੂਡੈਂਟਸ ਜਿਹੜੇ ਅੱਜ UK ਦੇ ਵਿੱਚ ਨਹੀਂ ਉਹਨਾਂ ਦੀ ਗੱਲ ਬਣ ਪਾ ਰਹੀ, ਆਸਟ੍ਰੇਲੀਆ ਦੇ ਵਿੱਚ ਕਰਨਾ ਚਾਹ ਰਹੇ ਨੇ, ਨਾਲ ਦੇ ਨਾਲ ਜਿਹੜਾ ਵਾ ਕੈਨੇਡਾ ਦੇ ਵਿੱਚ ਕਾਲਜ DLI ਲਿਸਟ ਅਪਲਾਈ ਕਰਨਾ ਚਾਹ ਰਹੇ, DLI ਲਿਸਟ ਵਾਲਾ ਕਾਲਜ ਲੈ ਕੇ ਜਾਓ। ਐਂਡ ਆਪਣਾ ਜਿਹੜਾ ਹੈਗਾ ਵਾ ਦਿਮਾਗ 'ਚ ਕਲੀਅਰ ਐਕਸਪੈਕਟੇਸ਼ਨਸ ਕਲੀਅਰ ਕਰ ਲਓ ਕਿ ਮੈਨੂੰ ਕੀ ਚੀਜ਼ ਹਾਸਲ ਹੋਣੀ ਹੈ, ਮੈਂ ਕੀ ਕਰਨ ਲਈ ਚੱਲਿਆ ਔਰ ਕੀ ਨਹੀਂ ਚੱਲਿਆ। ਸੋ ਫਰਦਰ ਕੋਈ ਵੀ ਹੋਰ ਜਾਣਕਾਰੀਆਂ ਚਾਹੁੰਦੇ ਹੋ, ESS ਗਲੋਬਲ ਦੇ ਪੇਜ ਦੇ ਉੱਤੇ ਸਾਰੀ ਡੇਲੀ ਦੇ ਡੇਲੀ ਇਨਫੋਰਮੇਸ਼ਨ ਅਪਡੇਟ ਹੁੰਦੀ ਰਹਿੰਦੀ ਹੈ। ਇਹਨਾਂ ਦੇ ਆਫਿਸਿਸ ਦੇ ਵਿੱਚ ਵੀ ਜਾ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਪੋਸਟ ਦੀਵਾਲੀ ਆ ਰਹੀ ਹੈ, ਅਗਲੇ ਸ਼ਨੀਚਰਵਾਰ ਦੀ ਦੀਵਾਲੀ ਹੈ, ਕਿ ਵੀ ਅਗਲੇ ਦੀਵਾਲੀ ਤੋਂ ਬਾਅਦ ਕੀ ਤੁਹਾਡੇ ਸਾਰਿਆਂ ਦੇ ਨਾਲ ਇੱਕ ਵੈਬੀਨਾਰ ਕਰਾਂਗਾ, ਉਹਦੇ 'ਚ ਅਪਡੇਟ ਦੇਵਾਂਗਾ। ਸੋ ਗੁੱਡ ਨਿਊਜ਼ ਇਜ਼ ਕਿ ਕੈਨੇਡਾ ਹਿਲਜੁਲ ਸ਼ੁਰੂ ਹੋ ਗਈ, DLI ਲਿਸਟ ਅਪਡੇਟਡ ਹੈ। UK ਦੀ ਥੋੜੀ ਜ਼ਿਆਦਾ ਇਤਿਹਾਦ ਵਰਤਣ ਦੀ ਜ਼ਰੂਰਤ ਹੈ। USA ਜੋਏ ਬਾਈਡਨ ਆਉਣ ਦੇ ਨਾਲ ਤੇ ਜੀ ਉਹ ਖੁਸ਼ੀਆਂ ਦੇ ਮਨਾਈਆਂ ਜਾ ਰਹੀਆਂ, ਬਟ ਇਹ ਸਮਾਂ ਦੱਸੇਗਾ ਕਿ ਸਟੂਡੈਂਟਸ ਨੂੰ ਕਿੰਨੇ % ਵੀਜ਼ਾਸ ਇੰਡੀਆ ਤੋਂ ਗ੍ਰਾਂਟ ਹੋ ਰਹੇ, ਕਿੰਨੇ ਨਹੀਂ ਹੋ ਰਹੇ।
ਹੋਰ ਜੀ ਆਸਟ੍ਰੇਲੀਆ ਬਾਰੇ ਦੱਸਤਾ 100% ਤੁਹਾਡੀ ਸਕਸੈਸ ਰੇਟ ਹੈ। ਨਿਊਜ਼ੀਲੈਂਡ ਤੋਂ ਹਜੇ ਕੋਈ ਹਿਲਜੁਲ ਨਹੀਂ ਹੋ ਰਹੀਗੀ। ਸੋ ਇਹ 4 ਕੰਟਰੀਆਂ ਦਾ ਅਪਡੇਟ ਸੀ, 4 ਕੰਟਰੀਆਂ ਦਾ ਅਪਡੇਟ ਦੇਤਾ। ਉਮੀਦ ਕਰਦਾ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਵਾਸਤੇ ਯੂਸਫੁਲ ਹੋਵੇ। ਬੜਾ ਖੁੱਲ੍ਹ ਕੇ ਕਲੀਅਰਲੀ ਸਟ੍ਰੇਟ ਫਾਰਵਰਡ ਗੱਲਾਂ ਕੀਤੀਆਂ ਐਂਡ ਸਟ੍ਰੇਟ ਫਾਰਵਰਡ ਤੁਹਾਨੂੰ ਅਪਡੇਟਸ ਦਿੱਤੇ ਨੇ। ਸੋ ਕਿਸੇ ਨੂੰ ਕੋਈ ਚੀਜ਼ ਤਕਲੀਫ ਦਿੱਤੀ ਹੋਵੇ, ਕਿਸੇ ਨੂੰ ਦੁੱਖ ਲੱਗ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦਾ ਜੀ। ਬਟ ਜਿਹੜੀ ਵੀ ਇਨਫੋਰਮੇਸ਼ਨ ਦਿੱਤੀ ਹੈ ਔਨ ਦ ਬੇਸਿਸ ਆਫ ਦ ਡਾਕੂਮੈਂਟ ਵੀ ਹੈਵ ਐਂਡ ਔਨ ਦ ਬੇਸਿਸ ਆਫ ਰਿਟਨ ਇਨਫੋਰਮੇਸ਼ਨ ਵਟ ਵੀ ਹੈਵ, ਤੱਥਾਂ ਦੇ ਆਧਾਰ ਦੇ ਉੱਤੇ ਹੀ ਜਾਣਕਾਰੀ ਦਿੱਤੀ ਗਈ ਹੈ। ਦੁਬਾਰਾ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗਾ ਜੀ ਅਗਲੇ ਹਫਤੇ ਦੇ ਵਿੱਚ ਕਿਸੇ ਵੀ ਟਾਈਮ, ਕੱਲ ਪਰਸੋਂ ਚੌਥ, ਜਦੋਂ ਵੀ ਸਮਾਂ ਇਜਾਜ਼ਤ ਦਿੰਦਾ ਹੈ ਜਾਂ ਜਦੋਂ ਕੋਈ ਨਵੀਂ ਕੋਈ ਤੜਕਦੀ ਭੜਕਦੀ ਚੀਜ਼ ਆ ਜਾਏਗੀ ਜਾਂ ਕੋਈ ਅਪਡੇਸ਼ਨ ਆਏਗੀ ਤੇ ਦੁਬਾਰਾ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗਾ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।